किसान वीरों झोने दी बीमारियां संबंधी कई सवाल तुहाडे कोलों प्राप्त होए है जिन्हां दा निपटारा तुसीं विषय वस्तु माहरां कोलों चाहुंदे हो। असीं इस संबंधी इत्थे सद्दिआ फेसबुक लाइव ते डॉक्टर अमरजीत सिंह नूं जो बतौर सीनियर विग्यानी इत्थे सेवावां निभा रहे ने। डॉक्टर साहब मैं तुहाडे कोल पुछना चाहुंदा झोने ਦੀਆਂ जड़ां कालियां पै रही हैं ਇਹਦੇ ਲਈ ਆਪਾਂ ਕਿਹੜਾ ਫੰਜੀਸਾਈਡ यूज़ करिए ਉਹ ਤੁਸੀਂ ਸਾਡੇ ਕਿਸਾਨਾਂ ਨੂੰ ਦੱਸੋ ਤਾਂ। हाँ शर्मा जी अक्सर जिमीदार ਦੇ ਸਾਡੇ ਦਾ सवाल आ रहा है साडा पीआर 121 आ पीआर 122 आ ये जड़ां कालियां हो रही ने जी। ते समस्या हैगी एक बैक्टीरिया अरवीनिया रॉट आ जाती है जी। ਇਹਦੇ ਨਾਲ ਅਸੀਂ ਦੇਖਦੇ ਹਾਂ ਥੱਲੇ ਜਿਹੜੇ ਹੈਗੇ ਨੇ ਬਈ ਬੂਟਾ ਜਿਹੜਾ ਆਲੇ ਦੁਆਲੇ ਪੱਤੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੇ ਬਾਹਰਲੇ ਪਾਸੇ ਵੀ ਜਿਹੜੇ ਹੈਗੇ ਨੇ ਕਾਲੇ ਭੂਰੇ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਨੇ ਜੀ। ਉਹ ਪੱਟ ਕੇ ਦੇਖਦੇ ਜੀ ਜੜਾਂ ਜਿਹੜੀਆਂ ਹੈਗੀਆਂ ਨੇ ਉਹ ਕਾਲੀਆਂ ਨਿਕਲਦੀਆਂ ਨੇ। ਇਹ ਕੀ ਹੈਗਾ ਵੀ ਲੋੜ ਤੋਂ ਵੱਧ ਜਦੋਂ ਅਸੀਂ ਸਮੇਂ ਲਈ ਪਾਣੀ ਖੜਾ ਦਿੰਦੇ ਆ ਕਿਸਮ ਦੀ ਕੋਈ ਗੱਲ ਨਹੀਂ ਤੇ ਇਹ ਸਮੱਸਿਆ ਜਿਹੜੀ ਹੈ ਬੂਟੇ ਦੀਆਂ ਜੜਾਂ ਗਲ ਜਾਂਦੀਆਂ ਨੇ। ਇਸ ਲਈ ਕਿਉਂਕਿ ਬੈਕਟੀਰੀਆ ਦੀ ਬਿਮਾਰੀ ਆ। ਦੂਸਰੀ ਗੱਲ ਇਹਦਾ ਇੱਕੋ ਇੱਕ ਇਲਾਜ ਆ ਬਈ ਜਿੱਥੇ ਕਿਤੇ ਆਪਾਂ ਨੂੰ ਇਹ ਟਮਾਟਰਾਂ ਦੇ ਬੂਟੇ ਹੋਣਗੇ ਤੇ ਦੂਸਰੀ ਗੱਲ ਬੂਟਾ ਜਿਹੜਾ ਹੈਗਾ ਇਹਦੇ ਵਿੱਚ ਜਦੋਂ ਆਪਾਂ ਪੱਟ ਕੇ ਦੇਖੀਏ ਇਹਦੇ ਵਿੱਚ ਸਮੈਲ ਆਊਗੀ ਜੀ। ਤੋਂ ਅਜਿਹੀ ਜਗ੍ਹਾ ਦੇ ਉੱਤੇ 2 ਦਿਨ ਲਈ ਆਪਾਂ ਪਾਣੀ ਸੁਕਾ ਦੇਣਾ ਜੀ ਤੇ ਉਹਦੇ ਨਾਲ ਆਟੋਮੈਟਿਕਲੀ ਜਿਹੜੇ ਬੂਟੇ ਜਿਹੜੇ ਅੱਗੋਂ ਚੱਲ ਪੈਣਗੇ। ਜੇ ਆਪਾਂ ਪਾਣੀ ਨਹੀਂ ਸੁਕਾਇਆ ਇਹ ਬੈਕਟੀਰੀਆ ਜਿਹੜਾ ਹੈਗਾ ਐਨਾਰੋਬਿਕ ਕੰਡੀਸ਼ਨਸ ਜਿੱਥੇ ਆਕਸੀਜਨ ਦੀ ਕਮੀ ਹੋ ਜਾਂਦੀ ਉੱਥੇ ਬੈਕਟੀਰੀਆ ਵੱਧਦਾ ਤੇ ਉੱਥੇ ਇਹਨੇ ਬੂਟਾ ਜਿਹੜਾ ਸੁਕਾ ਦੇਣਾ। ਥੋੜੇ ਬੂਟੇ ਹੁੰਦੇ ਆ ਕੋਈ ਵੀ ਫੰਡੀਸਾਈਡ ਪਾਉਣ ਦੀ ਜ਼ਰੂਰਤ ਨਹੀਂ। ਇਸ ਕਰਕੇ ਸਾਡੇ ਜ਼ਿਮੀਂਦਾਰਾਂ ਨੂੰ ਇਹ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਉਹ ਦੁਕਾਨਦਾਰਾਂ ਕੋਲੇ ਇਸ ਬਿਮਾਰੀ ਦੇ ਲਈ ਜਿਹੜੀਆਂ ਜੜਾਂ ਗਾਦੀਆਂ ਨੇ ਕਿਸੇ ਵੀ ਉੱਲੀ ਨਾਸ਼ਕ ਜਿਹੜਾ ਹੈਗਾ ਜੀ ਉੱਤੇ ਫालतू ਖਰਚਾ ਨਹੀਂ ਕਰਨਾ। ਇਹ ਡਾਕਟਰ ਸਾਹਿਬ ਬੜੀ ਤੁਹਾਡਾ ਸਾਨੂੰ ਜਵਾਬ ਵਧੀਆ ਮਿਲਿਆ ਕਿਉਂਕਿ ਬਹੁਤ ਜ਼ਿਆਦਾ ਕਿਸਾਨਾਂ ਦਾ ਇਹ ਸਵਾਲ ਆ ਰਿਹਾ ਸੀਗਾ। ਸੋ ਇਹ ਟਾਵੇਂ ਬੂਟੇ ਨੇ ਜੇ ਜੜਾਂ ਕਾਲੀਆਂ ਪੈ ਰਹੀਆਂ ਤਾਂ ਕੋਈ ਵੀ ਕਿਸੇ ਤਰ੍ਹਾਂ ਦੀ ਘਬਰਾਉਣ ਦੀ ਲੋੜ ਨਹੀਂ, ਕੋਈ ਉੱਲੀ ਨਾਸ਼ਕ ਵਰਤਣ ਦੀ ਲੋੜ ਨਹੀਂ। ਆਪਣਾ ਬੇਫਜ਼ੂਲ ਖਰਚਾ ਜਿਹੜਾ ਤੁਸੀਂ ਕਰ ਰਹੇ ਆ ਉਸ ਪਾਸੇ ਜਾਣ ਦੀ ਸਾਨੂੰ ਲੋੜ ਨਹੀਂ। ਡਾਕਟਰ ਸਾਹਿਬ ਬਹੁਤ ਵਧੀਆ ਤੁਸੀਂ ਇਹ ਚੀਜ਼ ਦੱਸੀ। ਦੂਜਾ ਤੁਹਾਡੇ ਕੋਲ ਮੈਂ ਪੁੱਛਿਆ ਬਾਸਮਤੀ ਦੇ ਕੁਝ ਬੂਟੇ ਕੁਝ ਕਿਸਾਨਾਂ ਦਾ ਸਵਾਲ ਹੈ ਬਾਸਮਤੀ ਦੇ ਕੁਝ ਬੂਟੇ ਉੱਚੇ ਹੋ ਰਹੇ ਆ ਉਹਦਾ ਕੀ ਕਾਰਨ? ਸ਼ਰਮਾ ਜੀ ਇਹ ਆਪਾਂ ਕਾਫੀ ਪਹਿਲਾਂ ਵੀ ਸਵਾਲ ਦਾ ਜਵਾਬ ਦਿੱਤਾ। ਇਹ ਝੰਡਾ ਰੋਗ ਹੁੰਦਾ ਜੀ ਬੀਜ ਰਾਹੀਂ ਬਿਮਾਰੀ ਆਉਂਦੀ ਆ ਜੀ। ਸੋ ਜਿਹੜੇ ਜ਼ਿਮੀਂਦਾਰਾਂ ਨੇ ਬੀਜ ਦੀ ਸੋਧ ਨਹੀਂ ਕੀਤੀ ਜੀ ਜਾਂ ਬੀਜ ਦੀ ਸੋਧ ਕਰਨ ਲਈ ਪਨੀਰ ਦੀਆਂ ਜੜਾਂ ਦੀ ਸੋਧ ਨਹੀਂ ਕੀਤੀ ਜੀ ਜ਼ਿਆਦਾ ਤੌਰ ਤੇ ਹੁਣ 1509 1121 ਠੀਕ ਹੈ ਇਹਨਾਂ ਕਿਸਮਾਂ ਦੇ ਬਾਸਮਤੀ ਦੀਆਂ ਕਿਸਮਾਂ ਦੇ ਵਿੱਚ ਬੂਟੇ ਜਿਹੜੇ ਆ ਰਹੇ ਨੇ ਜੀ। ਸੋ ਸਮਾਂ ਲੰਘਿਆ ਜੀ ਜਿਨ੍ਹਾਂ ਨੇ ਇਹ ਦੋਨੇ ਕੰਮ ਨਹੀਂ ਕੀਤੇ ਉੱਥੇ ਇਹ ਬੂਟੇ ਜਿਹੜੇ ਆ ਸਕਦੇ ਆ ਜੀ। ਤੇ ਇਹਦੇ ਲਈ ਵੀ ਸਾਡੇ ਜ਼ਿਮੀਂਦਾਰ ਜਿਹੜੇ ਹੈਗੇ ਨੇ ਕਈ ਤਰ੍ਹਾਂ ਦੀਆਂ ਦਵਾਈਆਂ ਜਿਹੜੀਆਂ ਮਿਲਾ ਕੇ ਪਾ ਰਹੇ ਨੇ। ਕਿਸਾਨ ਵੀਰੋ ਇੱਥੇ ਤੁਹਾਨੂੰ ਇਹ ਦੱਸਣਾ ਬੜਾ ਜ਼ਰੂਰੀ ਆ ਬਈ ਜਿਨ੍ਹਾਂ ਦੇ ਵਿੱਚ ਹੁਣ ਝਾੜਾ ਰੋਗ ਆ ਗਿਆ ਤੇ ਉਹ ਬੂਟੇ ਸਾਨੂੰ ਪੱਟਣੇ ਪੈਣਗੇ ਤੇ ਜਿੱਥੇ ਕਿਤੇ ਗੈਪ ਹੈਗੇ ਨੇ ਤੇ ਉਹ ਜੇ ਤੁਹਾਡੇ ਕੋਲੇ ਪਹਿਲਾਂ ਪਨੀਰੀ ਕਿਸੇ ਗੁੱਟ 'ਚ ਲਾਈ ਆ ਉਹ ਗੈਪ ਫਿਲ ਕਰ ਦਿਓ ਜੀ। ਅਗਲੀ ਵਾਰੀ ਤੁਸੀਂ ਬੀਜ ਦੀ ਪਹਿਲਾਂ ਸੋਧ ਕਰਨੀ ਆ ਟ੍ਰਾਈਕੋਡਰਮਾ ਹਰਜੀਐਨਮ। ਇਹ ਸਾਡੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਵਿਕਸਿਤ ਕੀਤੀ ਗਈ ਇੱਕ ਉੱਲੀ ਆ। ਇਹ ਜਿਹੜੀ ਹੈਗੀ ਆਪਣੇ ਝੰਡਾ ਰੋਗ ਦੀ ਉੱਲੀ ਨੂੰ ਮਾਰ ਦਿੰਦੀ ਆ ਜੀ। ਤੇ ਇਹ ਕੰਮ ਇਹਨਾਂ ਨੇ ਪਹਿਲਾਂ ਹੀ ਕਰਨਾ। ਜੇ ਆਪਾਂ ਬੀਜ ਨੂੰ ਪਹਿਲਾਂ ਸੋਧ ਲਿਆ ਤੇ ਫਿਰ ਇਹ ਕੰਮ ਕਰੂਗੀ। ਬਾਅਦ ਦੇ ਵਿੱਚ ਟਾਵੇਂ ਬੂਟੇ ਕਈ ਵਾਰੀ ਆਪਾਂ ਦੇਖਦੇ ਪਨੀਰ ਦੇ ਵਿੱਚ ਵੀ ਦੇਖਦੇ ਜੀ ਅਜਿਹੇ ਬੂਟੇ ਆਪਾਂ ਪੱਟ ਦਿੰਦੇ ਆ। ਪਨੀਰ ਦੀਆਂ ਜੜਾਂ ਨੂੰ ਆਪਾਂ ਜਿਹੜਾ ਹੈਗਾ ਫਿਰ ਇਹ ਤਕਰੀਬਨ 1 ਏਕੜ ਦੇ ਲਈ 40 ਲੀਟਰ ਪਾਣੀ ਜਿਹੜਾ ਹੈਗਾ ਕਿਸੇ ਪੋਲੀਥੀਨ ਸ਼ੀਟ ਦੇ ਉੱਤੇ ਆ ਕੇ ਆਲੇ ਦੁਆਲੇ ਮਿੱਟੀ ਚੱਕ ਕੇ ਇੰਚ 1.5 ਇੰਚ ਪਾਣੀ ਜਿਹੜਾ ਆਪਣਾ ਖੜ ਜੇ ਉੱਥੇ ਅਸੀਂ ਤਕਰੀਬਨ 600 ਗ੍ਰਾਮ ਟ੍ਰਾਈਕੋਡਰਮਾ ਦਾ ਘੋਲ ਬਣਾ ਕੇ ਜੜਾਂ ਨੂੰ ਅਸੀਂ 6 ਘੰਟੇ ਲਈ ਜੀ ਡਬੋ ਕੇ ਸੋਧ ਦੇਣਾ। ਸੋ ਜਦੋਂ ਆਪਾਂ ਇਸ ਤਰ੍ਹਾਂ ਕਰ ਲਾਂਗੇ ਬੀਜ ਤੇ ਪਨੀਰ ਦੀ ਸੋਧ ਕਰਕੇ ਬੀਜਾਂਗੇ ਫਿਰ ਸਾਨੂੰ ਝੰਡਾ ਰੋਗ ਵਾਲੇ ਬੂਟੇ ਜਿਹੜੇ ਦਿਖਾਈ ਨਹੀਂ ਦੇਣਗੇ। ਜੇ ਕੋਈ ਟਮਾਟਰ ਆਵੇ ਤਾਂ ਉਹਨੂੰ ਆਪਾਂ ਪੱਟ ਕੇ ਦੱਬ ਦੇਣਾ।
ਪਰ ਜਦੋਂ ਆਪਾਂ ਇਹ ਕੰਮ ਨਹੀਂ ਕੀਤਾ, ਬੂਟੇ ਨਜ਼ਰ ਆਉਂਦੇ ਨੇ ਜੀ, ਤੇ ਹੁਣ ਇਹ ਕਿਸੇ ਦਵਾਈ ਦੇ ਨਾਲ ਨਹੀਂ ਰੁਕਣੇ। ਅਜਿਹੇ ਬੂਟੇ ਅਸੀਂ ਪੱਟ ਕੇ ਦਬਾਉਣੇ ਆ ਤਾਂ ਜੋ ਇਹ ਬਿਮਾਰੀ ਸਾਡੀ ਗਾਂ ਮਿੱਟੀ ਦੇ ਵਿੱਚ ਰਲ ਕੇ ਅਗਲੇ ਸਾਲ ਇਹਦਾ ਵਾਧਾ ਨਾ ਹੋਵੇ। ਸੋ ਇਹ ਕੰਮ ਜਿਹੜਾ ਆਪਾਂ ਪਹਿਲਾਂ ਕਰਨਾ, ਅਗਲੇ ਸਾਲ ਬੀਜ ਅਤੇ ਪਨੀਰੀ ਦੀ ਸੋਧ ਕਰਕੇ ਫਿਰ ਆਪਾਂ ਇਹਨੂੰ ਇਲਾਜ ਕਰਕੇ ਫਿਰ ਬੀਜਣਾ। ਤੇ ਹੁਣ ਇਸ ਵਕਤ ਕੋਈ ਵੀ ਚੀਜ਼ ਜਿਹੜੀ ਪਾ ਕੇ, ਕੋਈ ਉੱਲੀ ਨਾਸ਼ਕ ਜਾਂ ਸੰਜੀਵਨੀ ਪਾ ਕੇ ਆਪਾਂ ਇਹਨਾਂ ਬੂਟਿਆਂ ਨੂੰ ਬਚਾ ਨਹੀਂ ਸਕਦੇ। ਸੋ ਕਹਿਣ ਦਾ ਮਤਲਬ ਇਹ ਕਿਸਾਨ ਵੀਰੋ, ਅਗਲੀ ਵਾਰ ਜਦੋਂ ਵੀ ਅਸੀਂ ਪਨੀਰੀ ਬੀਜਣੀ ਹੈ ਉਸ ਵੇਲੇ ਅਸੀਂ ਬੀਜ ਸੋਧ ਜ਼ਰੂਰ ਕਰਨੀ ਹੈ, ਤੇ ਖਾਸ ਕਰਕੇ ਟ੍ਰਾਈਕੋਡਰਮਾ ਜੋ ਆਪਾਂ ਪੀਏਯੂ ਤੋਂ ਉਪਲਬਧ ਹੈ ਉਹ ਜ਼ਰੂਰ ਲੈ ਕੇ ਆਉਣਾ। ਉਹਦੇ ਨਾਲ ਉੱਲੀਨਾਸ਼ਕ ਆਪਾਂ ਉਹਨੂੰ ਵਰਤੋਂ 'ਚ ਲਿਆਉਣਾ ਤਾਂ ਜੋ ਇਹ ਰੋਗ ਤੋਂ ਅਸੀਂ ਆਪਣੀ ਫਸਲ ਨੂੰ ਬਚਾ ਸਕੀਏ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਤੇ ਜੋ ਮੱਕੀ ਕਿਸਾਨਾਂ ਵੀਰਾਂ ਦੇ ਸਵਾਲ ਸੀਗੇ ਪੌਦਾ ਰੋਗ ਸੰਬੰਧੀ, ਉਹ ਸਾਰੇ ਅਸੀਂ ਨਿਬੇੜ ਚੁੱਕੇ ਹਾਂ। ਕਿਸਾਨ ਨੂੰ ਉਸ ਤੋਂ ਇਲਾਵਾ ਇਸ ਵੇਲੇ ਬੜੀ ਸਮੱਸਿਆ ਆਉਂਦੀ ਹੈ ਜੋ ਕੀੜੇ ਮਕੌੜਿਆਂ ਦੀ ਜੋ ਝੋਨੇ ਦੀ ਫਸਲ ਇਸ ਵੇਲੇ ਖੜੀ ਹੈ। ਸੋ ਅਸੀਂ ਅੱਜ ਫੇਸਬੁੱਕ ਲਾਈਵ ਤੇ ਨਿਮੰਤਰਣ ਦਿੱਤਾ ਹੈ ਡਾਕਟਰ ਯੁਵਰਾਜ ਸਿੰਘ ਪਾਂਧਾ ਨੂੰ, ਉਹ ਸਾਨੂੰ ਇਹਦੇ ਬਾਰੇ ਜ਼ਰੂਰ ਦੱਸਣ ਇਹ ਕੀੜੇ ਕਿਹੜੇ ਇਹਦੇ ਤੇ ਹਮਲਾ ਕਰ ਸਕਦੇ ਆ ਇਸ ਸਮੇਂ, ਤੇ ਉਹਨਾਂ ਦੀਆਂ ਨਿਸ਼ਾਨੀਆਂ ਕੀ ਹੈ ਤੇ ਉਹਨਾਂ ਦਾ ਉਪਚਾਰ ਕੀ ਆ, ਕਿਹੜੀਆਂ ਸਿਫਾਰਿਸ਼ਾਂ ਨੇ ਪੀਏਯੂ ਨੇ ਦਿੱਤੀਆਂ ਜਿਨ੍ਹਾਂ ਨਾਲ ਅਸੀਂ ਇਹਨਾਂ ਕੀੜਿਆਂ ਤੋਂ ਨਿਜਾਤ ਪਾ ਸਕਦੇ ਹਾਂ। ਡਾਕਟਰ ਯੁਵਰਾਜ ਪਾਂਧਾ ਤੁਹਾਡਾ ਧੰਨਵਾਦ। ਤੇ ਤੁਸੀਂ ਸਾਡੇ ਕਿਸਾਨਾਂ ਨੂੰ ਦੱਸੋ ਤਾਂ ਅਸੀਂ ਇਹ ਕਿਹੜੇ ਕੀੜਿਆਂ ਤੋਂ ਬਚਾ ਤੇ ਕਿਵੇਂ ਪਾ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਸ਼ਰਮਾ। ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਸਾਡੀ ਜਿਹੜੀ ਮੁੱਖ ਫਸਲ ਝੋਨਾ, ਨਰਮਾ, ਮੱਕੀ, ਇਹਨਾਂ ਦੇ ਉੱਪਰ ਜਿਹੜਾ ਕੀੜਿਆਂ ਦਾ ਹਮਲਾ ਜਿਹੜਾ ਅਸੀਂ ਕਿਸਾਨਾਂ ਦੇ ਨਾਲ ਹਰੇਕ ਮਾਧਿਅਮ ਰਾਹੀਂ ਰਾਬਤਾ ਕਾਇਮ ਕੀਤਾ ਹੋਇਆ ਹੈ ਜੀ। ਤੇ ਕਿਸਾਨਾਂ ਦੀਆਂ ਜਿਹੜੀਆਂ ਮੁੱਖ ਸਮੱਸਿਆਵਾਂ ਨੇ ਉਹਦੇ ਵਿੱਚ ਝੋਨੇ ਦੇ ਵਿੱਚ ਖਾਸ ਕਰਕੇ 2 ਕੀੜੇ ਜਿਹੜੇ ਹੈਗੇ ਨੇ ਦੇਖਣ 'ਚ ਆ ਰਹੇ ਹੈਗੇ ਨੇ। ਇਸ ਤੋਂ ਪਹਿਲਾਂ ਕਿ ਆਪਾਂ ਬਿਲਕੁਲ ਕੀੜਿਆਂ ਦੇ ਬਾਰੇ ਗੱਲ ਕਰੀਏ ਤਾਂ 3-4 ਗੱਲਾਂ ਕਿਸਾਨ ਵੀਰਾਂ ਨੂੰ ਮੈਂ ਜ਼ਰੂਰ ਗੁਜ਼ਾਰਿਸ਼ ਕਰਨਾ ਚਾਹਾਂਗਾ ਜੀ ਕਿ ਜਦੋਂ ਵੀ ਅਸੀਂ ਕੀੜਿਆਂ ਦੀ ਗੱਲ ਕਰਦੇ ਹਾਂ ਸਾਨੂੰ ਇਹ ਜ਼ਰੂਰ ਦਿਮਾਗ 'ਚ ਤੁਰੰਤ ਲੈ ਕੇ ਆਉਣਾ ਚਾਹੀਦਾ ਹੈ ਕਿ ਕੀੜੇ 2 ਤਰ੍ਹਾਂ ਦੇ ਹੁੰਦੇ ਨੇ, ਇੱਕ ਮਿੱਤਰ ਕੀੜੇ ਤੇ ਇੱਕ ਦੁਸ਼ਮਣ ਕੀੜੇ ਜੀ। ਤੇ ਆਪਾਂ ਨੂੰ ਕੀੜਿਆਂ ਦੀ ਪਛਾਣ ਬਹੁਤ ਜ਼ਰੂਰੀ ਇਹ ਹੈ ਕਿ ਪਹਿਲਾਂ ਪਛਾਣ ਕਰੀਏ ਵੀ ਕਿਤੇ ਆਪਣੇ ਮਿੱਤਰ ਕੀੜਿਆਂ ਨੂੰ ਜਿਹੜਾ ਹੈ ਨਾ ਪਛਾਣਦੇ ਹੋਏ ਕਿਤੇ ਉਹਨਾਂ ਨੂੰ ਦੁਸ਼ਮਣ ਸਮਝਦੇ ਹੋਏ ਆਪਾਂ ਗਲਤ ਜਿਹੜਾ ਦਵਾਈਆਂ ਕਰਕੇ ਆਪਣਾ ਵਾਤਾਵਰਣ ਖਰਾਬ ਨਾ ਕਰੀਏ। ਨੰਬਰ 2, ਅਸੀਂ ਖੇਤਾਂ ਦਾ ਸਰਵੇਖਣ ਜ਼ਰੂਰ ਕਰੀਏ। ਜਿਸ ਤਰ੍ਹਾਂ ਕਿ ਝੋਨੇ ਦੇ ਵਿੱਚ ਅਸੀਂ ਜਿਹੜਾ ਇਸ ਟਾਈਮ ਤਣੇ ਦੇ ਗੜੂਆਂ ਦੀ ਸ਼ਿਕਾਇਤ ਜਿਸ ਤਰ੍ਹਾਂ ਕਿਤੇ ਸ਼ੁਰੂ ਹੋਈ ਹੈ ਜੀ, ਜੇ ਅਸੀਂ ਸਰਵੇਖਣ ਕਰਦੇ ਹਾਂ ਤਾਂ ਸਾਨੂੰ ਇੱਕ ਪੱਧਰ ਦਾ ਪਤਾ ਲੱਗਦਾ ਕੀੜੇ ਦਾ ਪੱਧਰ ਕੀ ਹੈ, ਨੁਕਸਾਨ ਜਿਹੜਾ ਕਿੰਨਾ ਹੋ ਰਿਹਾ ਹੈ, ਕਿੰਨੇ ਜਿਹੜੇ ਬੂਟੇ ਖਰਾਬ ਹੋਏ ਨੇ। ਉਦਾਹਰਨ ਦੇ ਤੌਰ ਤੇ ਜਿਹੜੇ ਤਣੇ ਦੇ ਗੜੂਏ ਨੇ ਅਸੀਂ ਇਹ ਸਿਫਾਰਿਸ਼ ਕੀਤੀ ਹੋਈ ਹੈ ਵੀ ਜੇ ਤੁਹਾਡਾ 5% ਤੋਂ ਜਿਹੜਾ ਘੱਟ ਨੁਕਸਾਨ ਹੈ ਬੂਟਿਆਂ ਦਾ ਤਾਂ ਤੁਹਾਨੂੰ ਦਵਾਈ ਕਰਨ ਦੀ ਕੋਈ ਲੋੜ ਨਹੀਂ ਹੈ। ਸੋ ਕਹਿਣ ਦਾ ਮਤਲਬ ਆਰਥਿਕ ਕਗਾਰ ਦੇ ਅਨੁਸਾਰ 5% ਜਦੋਂ ਉਸ ਤੋਂ ਵੱਧ ਬੂਟੇ ਨੁਕਸਾਨੇ ਜਾਣ ਉਦੋਂ ਅਸੀਂ ਵਰਤੋਂ ਕਰੀਏ, ਉਦੋਂ ਪਹਿਲਾਂ ਅਸੀਂ ਵਰਤੋਂ ਨਹੀਂ ਕਰਨੀ ਹੈ। ਬਿਲਕੁਲ। ਸੋ ਉਹਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਤਣੇ ਦੇ ਗੜੂਏ ਜਿਹੜਾ ਅਸੀਂ ਸਰਵੇਖਣ ਦੇ ਹਿਸਾਬ ਨਾਲ ਜਦੋਂ ਸਾਡੇ 5% ਜਿਹੜੇ ਬੂਟੇ ਨੂੰ ਜਿਹੜੇ ਗੋਭਾਂ ਸਾਨੂੰ ਜਿਹੜੀਆਂ ਨੇ ਸੁੱਕਦੀਆਂ ਨਜ਼ਰ ਆਉਣ ਜੀ, ਉਦੋਂ ਅਸੀਂ ਜਿਹੜਾ ਹੈ ਕਹਿੰਦੇ ਆ ਕਿ ਸਾਨੂੰ ਜਿਹੜਾ ਜ਼ਹਿਰ ਹੈ ਉਹਦੇ ਛਿੜਕਾਅ ਦੀ ਲੋੜ ਪੈਂਦੀ ਹੈ ਤਾਂ ਕਿ ਜਿਹੜਾ ਸਾਡਾ ਆਰਥਿਕ ਨੁਕਸਾਨ ਜਿਹੜਾ ਝੋਨੇ ਦਾ ਨਾ ਹੋਵੇ। ਤੇ ਉਹਦੇ ਵਿੱਚ 2 ਦਵਾਈਆਂ ਮੈਂ ਕਿਸਾਨ ਵੀਰਾਂ ਨੂੰ ਜ਼ਰੂਰ ਦੱਸਣਾ ਚਾਹੂੰਗਾ ਜਿਹੜੀਆਂ ਕਿ ਬੜੀਆਂ ਵਧੀਆ ਕਾਰਗਰ ਦਵਾਈਆਂ ਨੇ, ਵਾਤਾਵਰਣ ਹਿਤੈਸ਼ੀ ਨੇ। ਇੱਕ ਤਾਂ ਫੇਮ ਦਵਾਈ ਹੈ ਜਿਹਦੀ ਕਿ ਤਕਰੀਬਨ ਮਾਤਰਾ 20 ml ਦੇ ਕਰੀਬ ਹੈ। ਅਸੀਂ 1 ਏਕੜ ਦੇ ਵਿੱਚ 100 ਲੀਟਰ ਪਾਣੀ ਦੀ ਵਰਤੋਂ ਕਰਦੇ ਹੋਏ ਇਹ ਦਵਾਈ ਜਿਹੜੀ ਹੈਗੀ ਹੈ ਜਿਹਦੇ 'ਚ ਫਲੋਬੈਂਡੀਆਮਾਈਡ ਸਾਲਟ ਹੈ। ਇਹ ਬਿਲਕੁਲ ਆਮ ਜਿਹੜੀ ਹੈਗੀ ਹੈ ਮਿਲ ਜਾਂਦੀ ਹੈ, ਕੋਈ ਦਿੱਕਤ ਨਹੀਂ ਹੈ। ਤੇ ਤੁਸੀਂ ਜਦੋਂ ਇਹ ਦਵਾਈ ਦੀ ਵਰਤੋਂ ਕਰਦੇ ਹਾਂ ਤਾਂ ਅਸੀਂ ਇਹ ਦੇਖਦੇ ਹਾਂ ਕਿ ਜਿਹੜਾ ਇਹ ਤਣੇ ਦੇ ਗੜੂਏ ਇਹਨਾਂ ਦੀ ਬਹੁਤ ਬਖੂਬੀ ਰੋਕਥਾਮ ਹੋ ਜਾਂਦੀ ਹੈ। ਤੇ ਦੂਸਰਾ ਜਿਹੜਾ ਹੈ ਅਸੀਂ ਦਵਾਈ 170 ਗ੍ਰਾਮ ਮੋਟਰ ਦਵਾਈ ਹੈ ਜਿਸ 'ਚ ਕਾਰਟ ਹਾਈਡਰੋਕਲੋਰਾਈਡ ਸਾਲਟ ਹੈ, ਉਹਦੀ ਸਿਫਾਰਿਸ਼ ਕੀਤੀ ਹੋਈ ਹੈ, ਉਹ ਵੀ ਅਸੀਂ ਵਰਤ ਸਕਦੇ ਹਾਂ। ਇਹ ਅਦਲ ਬਦਲ ਕੇ ਜਿਹੜਾ ਹੈ ਦਵਾਈਆਂ ਦੀ ਅਸੀਂ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਾਂ ਜੀ। ਸੋ ਦੂਸਰਾ ਜਿਹੜਾ ਕੀੜਾ ਹੈ ਕਈ ਕਿਸਾਨ ਵੀਰ ਦੱਸ ਰਹੇ ਨੇ ਕਿ ਉਹਨਾਂ ਦੇ ਖੇਤਾਂ ਦੇ ਵਿੱਚ ਜਿਹੜੇ ਭੂਰੇ ਟਿੱਡੇ ਨੇ, ਬਹੁਤ ਛੋਟੇ ਛੋਟੇ ਟਿੱਡੇ ਹੁੰਦੇ, ਉਹਨਾਂ ਦੇ ਬਾਲਗ ਤੇ ਬੱਚੇ ਜਿਹੜੇ ਨੇ ਉਹ ਰਸ ਚੂਸਣ ਵਾਲੇ ਕੀੜੇ ਨੇ ਜੀ। ਉਹ ਜਦੋਂ ਅਸੀਂ ਦੇਖਦੇ ਹਾਂ ਖੇਤ ਨੂੰ ਤਾਂ ਧੌੜੀ ਬਣਨੀ ਸ਼ੁਰੂ ਹੁੰਦੀ ਹੈ, ਖੇਤ ਦੇ ਵਿੱਚ ਗੁਲਾਈ ਦੇ ਵਿੱਚ ਧੌੜੀ ਦੇ ਵਿੱਚ ਜਿਹੜਾ ਬੂਟੇ ਸੁੱਕਣੇ ਸ਼ੁਰੂ ਹੁੰਦੇ ਨੇ ਤੇ ਜਦੋਂ ਹਵਾ ਚੱਲਦੀ ਹੈ ਤਾਂ ਬੂਟੇ ਵਿਛ ਜਾਂਦੇ ਨੇ ਤੇ ਉੱਥੋਂ ਸਾਨੂੰ ਪਤਾ ਲੱਗਦਾ ਜਿਹੜਾ
ਕੋਈ ਥੱਲੇ ਜਿਹੜਾ ਹੈ ਅਸੀਂ ਧਿਆਨ ਨਾਲ ਦੇਖਦੇ ਹਾਂ ਕਿ ਮੁੱਢ ਦੇ ਵਿੱਚ ਜਿਹੜੇ ਕੀੜੇ ਹੁੰਦੇ ਨੇ ਇਹਨਾਂ ਦੇ ਬੱਚੇ ਤੇ ਬਾਲਗ ਜਿਹੜੇ ਹੈਗੇ ਨੇ, ਉਹ ਜਿਹੜੇ ਬਾਲਗ ਨੇ ਤੁਸੀਂ ਜਦੋਂ ਜਿਹੜਾ ਮੁੱਢ ਹੈ ਉਹਨੂੰ ਥਪੇੜਾ ਮਾਰਦੇ ਆ, ਕਿਸਾਨ ਵੀਰ ਥਪੇੜਾ ਮਾਰ ਕੇ ਦੇਖਦੇ ਆ ਤਾਂ ਉਹ ਬਾਲਗ ਜਿਹੜੇ ਹੈਗੇ ਨੇ ਥੱਲੇ ਪਾਣੀ ਵਿੱਚ ਗਿਰਦੇ ਨੇ ਜੀ। ਸੋ ਜੇ ਅਸੀਂ ਧਿਆਨ ਨਾਲ ਸਰਵੇਖਣ ਕਰਕੇ ਤਾਂ ਜੇ ਸਾਡੇ ਉਹ ਧੋੜੀਆਂ ਬਣਨੀਆਂ ਸ਼ੁਰੂ ਹੁੰਦੀਆਂ ਨੇ ਤਾਂ ਉਦੋਂ ਅਸੀਂ ਉਹ ਜਿਹੜੇ ਧੋੜੀ ਦਾ ਜਿਹੜਾ ਤੁਹਾਡਾ ਖੇਤ ਦਾ ਹਿੱਸਾ ਹੈ ਉਹਦੇ ਆਸੇ-ਪਾਸੇ ਤਕਰੀਬਨ 4-5 ਮੀਟਰ ਹੋਰ ਘੇਰਾ ਲੈ ਕੇ ਉਹਦੇ ਵਿੱਚ ਜਿਹੜਾ ਹੈ ਅਸੀਂ ਜਿਹੜੀ ਹੈ ਛਿੜਕਾ ਕਰਨਾ ਹੈ। ਜੇ ਅਸੀਂ ਤੁਰੰਤ ਉੱਥੇ ਕਰ ਲੈਂਦੇ ਹਾਂ ਤਾਂ ਉਹ ਜਿਹੜਾ ਕੀੜਾ ਹੈ, ਰਸ ਚੂਸਣ ਜਿਹੜਾ ਕੀੜਾ ਹੈ, ਅਸੀਂ ਉੱਥੇ ਹੀ ਕਾਬੂ ਕਰ ਲੈਂਦੇ ਹਾਂ। ਉਹਦੇ ਜਿਹੜੀਆਂ 2 ਦਵਾਈਆਂ ਮੈਂ ਕਿਸਾਨਾਂ ਨੂੰ ਦੱਸਣਾ ਚਾਹੂੰਗਾ। ਇੱਕ ਤਾਂ ਕੌਨਫੀਡੋਰ ਸਾਡੀ ਪੁਰਾਣੀ ਦਵਾਈ ਹੈ, ਇੱਕ ਨਵੀਂ ਦਵਾਈ ਅਸੀਂ ਪੈਕਸਾਲੋਨ ਸਿਫਾਰਿਸ਼ ਕੀਤੀ ਹੈ। 94 ml ਉਹਦੀ ਮਾਤਰਾ ਹੈ 1 ਕਿੱਲੇ ਦੀ। ਤਕਰੀਬਨ 100 ਲੀਟਰ ਪਾਣੀ ਅਸੀਂ ਵਰਤ ਕੇ ਜਿਹੜਾ ਹੈ ਉਹ ਅਸੀਂ ਜਿੱਥੇ ਤੇ ਖਾਸ ਕਰਕੇ ਧੌੜੀਆਂ ਨੇ ਉੱਥੇ ਅਸੀਂ ਇਹ ਦਵਾਈ ਕਰਨ ਦੀ ਸਿਫਾਰਿਸ਼ ਕਰਦੇ ਹਾਂ। ਤੇ ਇਹ ਜਿਹੜਾ ਰਸ ਚੂਸਣਾ ਕੀੜਾ ਹੈ ਇਹ ਤਕਰੀਬਨ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਕਾਫੀ ਨੁਕਸਾਨ ਕਰਦਾ ਹੈ ਤੇ ਖਾਸ ਕਰਕੇ ਜਦੋਂ ਮੌਸਮ ਖੁਸ਼ਕ ਹੋ ਜਾਂਦਾ ਹੈ ਉਦੋਂ ਇਹਦਾ ਨੁਕਸਾਨ ਵੱਧ ਜਾਂਦਾ ਹੈ ਤੇ ਇਹਦੇ ਵਾਲੇ ਪਾਸੇ ਕਿਸਾਨ ਵੀਰਾਂ ਨੂੰ ਚੁਕੰਨਾ ਰਹਿਣ ਦੀ ਲੋੜ ਹੈ ਜੀ। ਬਹੁਤ ਅੱਛੀ ਜਾਣਕਾਰੀ ਤੁਸੀਂ ਡਾਕਟਰ ਯੁਵਰਾਜ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੀ ਕੀਤੀ। ਕਿਸਾਨਾਂ ਦੇ ਇਹੀ ਸਵਾਲ ਸੀ, ਇਹੀ ਸ਼ੰਕਾ ਸੀ ਜੋ ਤੁਸੀਂ ਦੱਸਿਆ। ਸੋ ਕਹਿਣ ਦਾ ਮਤਲਬ ਆਰਥਿਕ ਕਗਾਰ ਦੇ ਅਨੁਸਾਰ ਸਾਨੂੰ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ 5% ਜੋ ਤੁਸੀਂ ਕਹਿ ਰਹੇ ਵੀ ਜੋ ਸਰਵੇਖਣ ਤੋਂ ਉਪਰੰਤ ਜੇ ਆਪਾਂ ਨੂੰ ਵੀ ਲੱਗਦਾ ਵੀ ਇਹ ਨੁਕਸਾਨੀ ਗਈ ਆਪਣੀ ਫਸਲ ਤਾਂ ਅਸੀਂ ਦਵਾਈ ਦੀ ਵਰਤੋਂ ਕਰਨੀ ਹੈ। ਤਾਂ ਡਾਕਟਰ ਸਾਹਿਬ ਦਵਾਈ ਦੀ ਮਿਕਦਾਰ ਤੇ ਦਵਾਈ ਦਾ ਨਾਮ ਤੁਸੀਂ ਸਾਡੇ ਕਿਸਾਨ ਵੀਰਾਂ ਨੂੰ ਇੱਕ ਵਾਰੀ ਫਿਰ ਦੱਸੋ ਜੀ। ਜਿਸ ਤਰ੍ਹਾਂ ਕਿ ਤਣੇ ਦੇ ਗੜੂਆਂ ਦੇ ਲਈ ਮੈਂ ਦੱਸਿਆ ਹੈ, ਇੱਕ ਫੇਮ ਦਵਾਈ ਜਿਹੜੀ ਹੈ ਇਹਦੀ ਮਾਤਰਾ 20 ml ਹੈ। ਇਹਦੇ ਵਿੱਚ ਫਲੋਮੈਂਡੀਆਮਾਈਡ 60 ਹੈ ਤੇ ਦੂਸਰੀ ਜਿਹੜੀ ਦਵਾਈ ਦੱਸੀ ਹੈ ਉਹ ਮੋਟਰ ਦਵਾਈ ਹੈ, ਉਹ 'ਚ ਕਾਰਟੈਪ ਹਾਈਡਰੋਕਲੋਰਾਈਡ 60 ਹੈ, ਉਹਦੀ 170 ਗ੍ਰਾਮ ਜਿਹੜੀ 1 ਕਿੱਲੇ ਦੀ ਮਾਤਰਾ ਹੈ। ਇਹ ਤਣੇ ਦੇ ਗੜੂਆਂ ਦੇ ਲਈ ਹੈ। ਜਿਹੜੀ ਭੂਰੇ ਟਿੱਡੇ ਨੇ ਉਹਨਾਂ ਦੇ ਬਾਲਗ ਨੇ ਜਾਂ ਉਹਨਾਂ ਦੇ ਜਿਹੜੇ ਬੱਚੇ ਨੇ ਜਿਹੜੇ ਰਸ ਚੂਸਦੇ ਨੇ ਇਹਦੇ ਲਈ ਜਿਹੜਾ ਹੈ ਪੈਕਸਾਲੋਨ ਦਵਾਈ ਹੈ, ਉਹਦੀ 94 ml ਜਿਹੜੀ ਮਾਤਰਾ 1 ਕਿੱਲੇ ਦੀ ਹੈ। ਜਾਂ ਫਿਰ ਕੌਨਫੀਡੋਰ ਦੀ ਦਵਾਈ ਹੈ ਜਿਹੜੀ ਪੁਰਾਣੀ ਆਪਣੀ ਚੱਲ ਰਹੀ ਹੈ ਉਹ ਵੀ ਅਸੀਂ ਵਰਤ ਸਕਦੇ ਹਾਂ। ਇਹ ਜਿਹੜੀਆਂ ਦਵਾਈਆਂ ਨੇ ਮੇਨ ਧੰਨਵਾਦ ਡਾਕਟਰ ਯੁਵਰਾਜ ਪਾਉਂਦਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਗੱਲ ਅੱਜ ਗੱਲ ਨਿਕਲਦੀ ਹੈ ਆਰਥਿਕ ਕਗਾਰ ਦੇ ਅਨੁਸਾਰ ਸਾਨੂੰ ਰਸਾਇਣਾਂ ਦੀ ਵਰਤੋਂ ਕਰਨੀ ਚਾਹੀਦੀ, ਇੱਕੋ ਰਸਾਇਣ ਬਾਰ-ਬਾਰ ਸਾਨੂੰ ਨਹੀਂ ਵਰਤਣਾ ਚਾਹੀਦਾ। ਸੋ ਕਿਸਾਨ ਵੀਰੋ, ਅਸੀਂ ਇਸ ਤੋਂ ਇਲਾਵਾ ਕੁਝ ਸਵਾਲ ਸਾਡੇ ਸੀਗੇ ਬਾਸਮਤੀ ਦੇ ਬਾਬਤ। ਅਸੀਂ ਉਹਦੇ ਲਈ ਅੱਜ PAG ਦੇ ਮਾਹਰ ਡਾਕਟਰ ਬੂਟਾ ਸਿੰਘ ਢਿੱਲੋਂ ਜੀ ਨੂੰ ਬੇਨਤੀ ਕੀਤੀ ਹੈ, ਉਹ ਸਾਡੇ ਕੋਲ ਪਹੁੰਚ ਚੁੱਕੇ ਨੇ ਫੇਸਬੁੱਕ ਲਾਈਵ ਤੇ। ਡਾਕਟਰ ਸਾਹਿਬ, ਬਾਸਮਤੀ ਦੀ ਕਾਸ਼ਤ ਸੰਬੰਧੀ ਤੁਸੀਂ ਜੋ ਨੁਕਤੇ ਸਾਡੇ ਕਿਸਾਨ ਵੀਰਾਂ ਦੇ ਨਾਲ ਸਾਂਝੇ ਕਰਨਾ ਚਾਹੋ, ਉਹਦੇ ਖਾਸ ਕਰਕੇ ਇਹਨਾਂ ਨੇ ਕੁਝ ਨਦੀਨਾਂ ਦੇ ਬਾਬਤ ਤੁਹਾਡੇ ਕੋਲ ਜਾਣਕਾਰੀ ਪ੍ਰਾਪਤ ਕਰਨੀ ਹੈ ਵੀ ਕਿਵੇਂ ਇਹਨਾਂ ਨੂੰ ਕਾਬੂ ਕੀਤਾ ਜਾਂਦਾ। ਥੋੜੀ ਜਿਹੀ ਖਾਦਾਂ ਦੇ ਬਾਰੇ ਕੁਝ ਕਿਸਾਨ ਵੀਰਾਂ ਦੇ ਸ਼ੰਕੇ ਸਨ, ਉਹ ਤੁਸੀਂ ਸਾਡੇ ਕਿਸਾਨ ਵੀਰਾਂ ਨਾਲ ਸਾਂਝੇ ਕਰੋ। ਬਿਲਕੁਲ ਜੀ, ਜਿਵੇਂ ਕਿ ਪਨੀਰ ਬਾਸਮਤੀ ਬਾਬਤ ਜੇ ਆਪਾਂ ਗੱਲ ਕਰੀਏ ਤਾਂ ਕਿਸਾਨ ਦੋਸਤੋ ਇਸ ਵੇਲੇ ਜਿਹੜਾ ਸਮਾਂ ਚੱਲ ਰਿਹਾ ਬਾਸਮਤੀ ਦੀ ਲਵਾਈ ਲਈ ਬਿਲਕੁਲ ਢੁਕਵਾਂ ਸਮਾਂ ਚੱਲ ਰਿਹਾ ਔਰ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ ਆਪਾਂ ਪੂਸਾ ਬਾਸਮਤੀ 1509 CSR 30 ਬਾਸਮਤੀ 370 ਬਾਸਮਤੀ 386 ਸੋ ਇਹ ਕਿਸਮਾਂ ਆਪਾਂ ਆਉਣ ਵਾਲੀ ਜਿਹੜੀ 30 ਤਰੀਕ ਤੱਕ ਜਿਹੜਾ ਹੈਗਾ ਜੁਲਾਈ ਤੱਕ ਇਹਨਾਂ ਦੀ ਲਵਾਈ ਦਾ ਜਿਹੜਾ ਢੁਕਵਾਂ ਸਮਾਂ ਉਹ ਚੱਲਣਾ ਹੈਗਾ। ਉਸ ਤੋਂ ਬਾਅਦ ਜੇ ਗੱਲ ਕਰੀਏ ਖਾਦਾਂ ਦੀ ਤਾਂ ਖਾਦਾਂ ਬਾਬਤ ਵੱਖ-ਵੱਖ ਕਿਸਮਾਂ ਜਿਹੜੀਆਂ ਹੈਗੀਆਂ ਉਹਦੇ ਵਿੱਚ ਜਿਹੜੀ ਸਾਡੀ ਸਿਫਾਰਿਸ਼ ਮੁਤਾਬਕ ਜਿਹੜੀ ਵੱਖਰੀ ਮਿਕਦਾਰ ਨਾਲ ਅਸੀਂ ਜਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਔਰ ਖਾਦਾਂ ਦੇ ਵਿੱਚ 2 ਹੀ ਤੱਤ ਜਿਹੜੇ ਆ ਉਹ ਮੇਨ ਨੇ। ਮੁੱਖ ਤੌਰ ਤੇ ਜਿਹੜੀ ਜ਼ਿੰਕ ਤੇ ਨਾਈਟ੍ਰੋਜਨ ਦੀ ਘਾਟ ਜਿਹੜੀ ਸਾਡੀਆਂ ਜ਼ਮੀਨਾਂ ਦੇ ਵਿੱਚ ਆਉਂਦੀ ਆ ਜੀ। ਜੇਕਰ ਫਾਸਫੋਰਸ ਦੀ ਗੱਲ ਕਰੀਏ ਤਾਂ ਫਾਸਫੋਰਸ ਜਿਹੜੀ ਹੈਗੀ ਆ ਸਾਡੀਆਂ ਜ਼ਮੀਨਾਂ ਵਿੱਚ ਕਾਫੀ ਹੈ ਮਿੱਟੀ ਪਰਖ ਦੇ ਆਧਾਰ ਤੇ, ਔਰ ਜੇ ਫਾਸਫੋਰਸ ਤੱਤ ਜਿਹੜੇ ਸਾਡੀਆਂ ਜ਼ਮੀਨਾਂ ਦੇ ਵਿੱਚ ਘੱਟ ਆਉਂਦਾ ਤਾਂ ਹੀ ਆਪਾਂ ਜਿਹੜੀ ਹੈਗੀ ਆ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹ ਕੱਦੂ ਵੇਲੇ ਜਿਹੜੀ ਉਹ ਪਾ ਦੇਣੀ ਆ। ਜੇਕਰ ਜੇ ਤੁਹਾਡੇ ਜ਼ਮੀਨ ਦੇ ਵਿੱਚ ਇਹਦਾ ਜਿਹੜਾ ਦਰਜਾ ਹੈਗਾ ਫਾਸਫੋਰਸ ਤੱਤ ਦਾ ਦਰਮਿਆਨਾ ਜਾਂ ਦਰਮਿਆਨੇ ਤੋਂ ਵੱਧ ਆ ਤਾਂ ਆਪਾਂ ਜਿਹੜੀ ਫਾਸਫੋਰਸ ਤੱਤ ਦੀ ਵਰਤੋਂ ਜਿਹੜੀ ਹੈਗੀ ਆ ਉਹ ਆਪਾਂ ਝੋਨੇ ਦੇ ਵਿੱਚ ਜਾਂ ਬਾਸਮਤੀ ਦੇ ਵਿੱਚ ਨਹੀਂ ਕਰਨੀਗੀ ਜੀ। ਉਸ ਤੋਂ ਬਾਅਦ ਜੇ ਗੱਲ ਕਰੀਏ ਨਾਈਟ੍ਰੋਜਨ ਦੀ, ਨਾਈਟ੍ਰੋਜਨ ਦੇ ਵਿੱਚ ਆਪਾਂ ਯੂਰੀਆ ਖਾਦ ਦੀ ਵਰਤੋਂ ਕਰਦੇ ਹਾਂ। ਸੋ ਇਹਦੇ ਵਿੱਚ ਜਿਹੜੀ ਆਪਣੀਆਂ ਪ੍ਰਚਲਿਤ ਕਿਸਮਾਂ ਨੇ ਜਿਹਦੇ 'ਚ ਪੂਸਾ ਬਾਸਮਤੀ 1121 ਹੈਗੀ ਆ, ਪੂਸਾ ਬਾਸਮਤੀ 1718 ਹੈਗੀ ਆ, ਪੰਜਾਬ ਬਾਸਮਤੀ 4-5 ਇਹ ਕਿਸਮਾਂ ਨੇ। ਸੋ ਇਹਨਾਂ ਦੇ ਵਿੱਚ ਦਰਮਿਆਨੀਆਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਅਸੀਂ 36 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਹੈ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਪੂਸਾ ਬਾਸਮਤੀ
70 ਬਾਸਮਤੀ 386 ਔਰ CSR 30 ਆ। ਇਹਨਾਂ ਦੀ ਗੱਲ ਕਰੀਏ ਤਾਂ ਆਪਾਂ ਸਿਰਫ ਜਿਹੜੀ 18 ਕਿਲੋ ਖਾਦ ਜਿਹੜੀ ਆ ਪ੍ਰਤੀ ਏਕੜ ਇਹ ਪਾਉਣੀ ਹੈਗੀ ਆ। ਪਰੰਤੂ ਨਾਲ ਹੀ ਮੈਂ ਇਹ ਵੀ ਦੱਸਣਾ ਜ਼ਰੂਰੀ ਸਮਝੂੰਗਾ ਕਿ ਜੇਕਰ ਅਸੀਂ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਆਪਣੇ ਖੇਤ ਵਿੱਚ ਹਰੀ ਖਾਦ ਕੀਤੀ ਆ, ਢੈਂਚਾ ਵਾਹਿਆ ਅਸੀਂ 60 ਮੂੰਗੀ ਦੀਆਂ ਫਲੀਆਂ ਤੋੜ ਕੇ ਵਿੱਚ ਵਾਹੀਆਂ, ਤਾਂ ਹਰੀ ਖਾਦ ਕਰਨ ਉਪਰੰਤ ਸਾਨੂੰ ਜਿਹੜੀ ਆ ਬਾਸਮਤੀ ਵਿੱਚ ਕੋਈ ਵੀ ਖਾਦ ਪਾਉਣ ਦੀ ਜ਼ਰੂਰਤ ਨਹੀਂ ਗੀ ਜੀ। ਔਰ ਹੋਰ ਜਿਹੜੀ ਜ਼ਰੂਰੀ ਗੱਲ ਹੈ ਕਿ ਆਮ ਤੌਰ ਤੇ ਸਾਡੇ ਕਿਸਾਨ ਵੀਰ ਆ ਸਿਫਾਰਿਸ਼ ਨਾਲੋਂ ਵੱਧ ਖਾਦ ਪਾਉਂਦੇ ਆ। ਉਹਦਾ ਕਾਰਨ ਕੀ ਹੈ? ਕਿਉਂਕਿ ਜਿਹੜੇ ਕਿਸਾਨ ਵੀਰ ਕਈ ਵਾਰ ਖੜੇ ਪਾਣੀ ਦੇ ਵਿੱਚ ਜਦੋਂ ਆਪਾਂ ਖਾਦ ਦਾ ਯੂਰੀਆ ਦਾ ਛਿੱਟਾ ਦੇਈ ਜਾਂਦੇ ਆ ਤਾਂ ਉਹਦਾ ਉਹਨਾਂ ਅਸਰ ਨਹੀਂ ਆਉਂਦਾ ਗਾ। ਸੋ ਜਦੋਂ ਵੀ ਅਸੀਂ ਯੂਰੀਆ ਜਿਹੜੀ ਬਾਸਮਤੀ ਨੂੰ ਜਾਂ ਝੋਨੇ ਨੂੰ ਉਹ ਪਾਉਣੀ ਆ ਤਾਂ ਅਸੀਂ ਉਹਨੂੰ ਤਿਰਗਰਾ ਜਾਂ ਥੋੜਾ ਥੋੜਾ ਪਾਣੀ ਹੋਵੇ ਜਾਂ ਗਿੱਲਾ ਤੁਹਾਡਾ ਖੇਤ ਹੋਵੇ ਤਾਂ ਉਹਦੇ ਵਿੱਚ ਆਪਾਂ ਜਿਹੜੀ ਯੂਰੀਆ ਦੀ ਵਰਤੋਂ ਕਰਨੀ ਆ ਔਰ ਉਸ ਤੋਂ ਤੀਜੇ ਦਿਨ ਆਪਾਂ ਜਿਹੜਾ ਖੇਤ ਨੂੰ ਪਾਣੀ ਲਾਉਣਾ ਹੈਗਾ। ਤਾਂ ਇਹਦੇ ਨਾਲ ਜਿਹੜੀ ਹੈਗੀ ਸਿਫਾਰਿਸ਼ ਮੁਤਾਬਕ ਤੁਸੀਂ ਜਿਹੜੀ ਖਾਦਾਂ ਪਾਓਗੇ ਤਾਂ ਤੁਸੀਂ ਇਹਦੇ ਨਾਲ ਜਿਹੜਾ ਵਧੀਆ ਝਾੜ ਲੈ ਸਕਦੇ ਆ ਔਰ ਜਿਹੜੇ ਵਾਧੂ ਯੂਰੀਆ ਤੁਸੀਂ ਜਿਹੜੀ ਪਾਉਣੇ ਆ ਉਹ ਤੋਂ ਵੀ ਆਪਾਂ ਜਿਹੜੀ ਹੈਗੀ ਆ ਨਿਜਾਤ ਪਾ ਸਕਦੇ ਆ। ਕਿਉਂਕਿ ਜਿਹੜੀ ਜ਼ਿਆਦਾ ਯੂਰੀਆ ਪਾਉਣੇ ਆ ਇਹ ਸਾਡਾ ਖਰਚਾ ਵਧਾਉਂਦੀ ਆ, ਉਹਦੇ ਨਾਲ ਨਾਲ ਜਿਹੜੇ ਸਾਡੇ ਵਾਤਾਵਰਨ ਨੂੰ ਵੀ ਪਲੀਤ ਕਰ ਰਹੀ ਆ ਪਾਣੀ ਯੂਰੀਆ ਦੀ ਵਰਤੋਂ ਕੀਤੀ ਜਾਵੇ। ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਨਦੀਨਾਂ ਦੀ ਬਾਬ ਜਿਹੜੀ ਗੱਲ ਹੋਈ ਸੀ, ਸੋ ਨਦੀਨ ਵੀ ਜਿਹੜੀ ਬੜੀ ਵੱਡੀ ਸਮੱਸਿਆ ਹੈਗੀ ਆ। ਆਮ ਤੌਰ ਤੇ ਸਾਡੇ ਜਿਹੜੇ ਕਿਸਾਨ ਵੀਰ ਆ ਕਰੋੜ ਦਵਾਈ ਆਪਾਂ ਪਾਉਣੇ ਹੈਗੇ ਆ, ਪਟਿਲਾ ਕਰੋੜ ਦਵਾਈ ਪਾਉਣੇ ਹੈਗੇ ਆ, ਜਾਂ ਜਿਹੜੀ ਸਾਥੀ ਦਵਾਈ ਹੈਗੀ ਆ 60 ਗ੍ਰਾਮ ਜਾਂ ਟੌਪ ਸਟਾਰ ਆ 45 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਜਦੋਂ ਝੋਨੇ ਨੂੰ ਕੱਦੂ ਕਰਕੇ ਆਪਾਂ ਲਾਤਾ ਹੈਗਾ ਤਾਂ 2-3 ਦਿਨਾਂ ਦੇ ਵਿੱਚ ਜਿਹੜੀ ਆਪਾਂ ਇਹਦੀ ਵਰਤੋਂ ਉਹ ਕਰ ਲੈਣੀ ਔਰ ਸਾਡੇ ਕਿਸਾਨ ਵੀਰ ਕਰ ਵੀ ਰਹੇ ਆ ਜੀ। ਪਰ ਇਹਦੇ ਵਿੱਚ ਗਲਤੀ ਕੀ ਹੁੰਦੀ ਆ? ਦਵਾਈ ਸਾਰੇ ਕਿਸਾਨ ਵੀਰ ਪਾ ਰਹੇ ਆ, ਇਹ ਦਵਾਈਆਂ ਦੇ ਲਈ ਪਾਣੀ ਖੜਾ ਕਰਨਾ ਬਹੁਤ ਜ਼ਰੂਰੀ ਹੈ ਜੀ। ਜਿਹੜੇ ਪਹਿਲੇ 15 ਦਿਨ ਅਸੀਂ ਪਾਣੀ ਖੜਾ ਕਰਨ ਨੂੰ ਝੋਨੇ 'ਚ ਕਹਿੰਦੇ ਆ, ਉਹਦਾ ਕਾਰਨ ਇਹ ਹੈ ਵੀ ਨਦੀਨਾਂ ਦੀ ਸੱਜੀ ਰੋਕਥਾਮ ਹੋ ਜੇ ਔਰ ਇਹਨਾਂ ਦਵਾਈਆਂ ਨੇ ਜਿਹੜੀਆਂ ਅਸਰ ਤਾਂ ਹੀ ਕਰਨਾ ਜੇ ਇਹਨਾਂ ਦੇ ਨਾਲ ਅਸੀਂ ਪਾਣੀ ਖੜਾ ਕਰਾਂਗੇ ਤਾਂ ਜੀ। ਸੋ ਕਈ ਵਾਰੀ ਸਮੱਸਿਆ ਆਉਂਦੀ ਕਈ ਕਿਸਾਨ ਵੀਰਾਂ ਨੂੰ ਜੀ ਪਾਣੀ ਨਹੀਂ ਖੜਾ ਹੋ ਸਕਦਾ ਖੇਤ ਦੇ ਵਿੱਚ, ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜਾ ਸਾਡਾ ਕੀ ਹੈਗਾ ਇਹ ਗ੍ਰੈਨੇਟ ਨਾਂ ਦੀ ਦਵਾਈ ਆਉਂਦੀ ਆ ਜੀ। ਗ੍ਰੈਨੇਟ ਉਹ ਜਿਹੜੀ ਹੈਗੀ ਹੈ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਜਦੋਂ ਝੋਨਾ ਲਾਏ ਨੂੰ 10-12 ਦਿਨ ਹੋ ਗਏ ਜੀ ਤਾਂ ਉਦੋਂ ਆਪਾਂ ਜਿਹੜੀ ਹੈਗੀ ਉਹਦਾ ਸਪਰੇਅ ਕਰ ਦੇਣੀ ਹੈਗੀ ਆ ਔਰ ਇਹ ਤਕਰੀਬਨ ਸਾਰੇ ਨਦੀਆਂ ਦੀ ਰੋਕਥਾਮ ਇਹ ਦਵਾਈ ਕਰ ਦਊਗੀ। ਜੇ ਕਿਸਾਨ ਵੀਰ ਇਸ ਜਿਹੜੀ 10-12 ਦਿਨਾਂ ਵਾਲੀ ਜਿਹੜੀ ਆਪਣੀ ਅਵਸਥਾ ਹੈਗੀ ਆ ਉਹਦੇ ਤੇ ਵੀ ਰੁਕ ਗਿਆ ਤਾਂ ਅੱਗੇ ਫਿਰ ਆਪਣਾ ਜਦੋਂ ਝੋਨਾ ਦਾ ਆਪਾਂ ਦੇਖਣਾ ਵੀ ਸਾਡੇ ਨਦੀਨ ਕਿਹੜੇ ਨੇ ਜੀ। ਉਹ ਨਦੀਨਾਂ ਨੂੰ ਪਛਾਣਦੇ ਹੋਏ ਜਿਹੜਾ ਹੈਗਾ ਆਪਾਂ ਫਿਰ ਇਹ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਕਰਨੀ। ਜੇਕਰ ਆਪਣੇ ਖੇਤ ਦੇ ਵਿੱਚ ਸਵਾਂਕ ਤੇ ਮੋਥੇ ਵਰਗੇ ਨਦੀਨ ਆ ਤਾਂ ਨੋਮਨੀ ਗੋਲਡ ਜਿਹੜੀ ਹੈਗੀ ਬਸਪੈਰੀ ਬੈਗ ਸੋਡੀਅਮ, ਨੋਮਨੀ ਗੋਲਡ, ਵਾਸ਼ ਆਊਟ, ਮਾਸ਼ੋ ਤੇ ਤਾਰਕ, 4 ਜਿਹੜੇ ਬ੍ਰਾਂਡ ਅਸੀਂ ਇਹਦੇ ਸਿਫਾਰਿਸ਼ ਕਰਦੇ ਆ ਜੀ। ਸੋ ਇਹਨਾਂ ਦੀ ਵਰਤੋਂ 100 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ 1.5 ਘੋਲ ਕੇ ਜਿਹੜੀ ਆਪਾਂ ਉਹਦਾ ਛਿੜਕਾਅ ਕਰ ਸਕਦੇ ਆ ਔਰ ਜਿੰਨੇ ਤੁਹਾਡੇ ਮੋਥੇ ਜਿਹੜੇ ਸਵਾਂਕ ਆ ਉਹਨਾਂ ਬੜੇ ਸੱਜੇ ਢੰਗ ਨਾਲ ਹੋ ਜਾਊਗੇ। ਜੇ ਸਾਡੇ ਕਿਸਾਨ ਵੀਰ ਦੇ ਖੇਤ ਵਿੱਚ ਚੌੜੀ ਪੱਤੀ ਵਾਲੇ ਨਦੀਨ ਨੇ ਤੇ ਨਾਲ ਨਾਲ ਆਪਣੇ ਜਿਹੜੇ ਹੈਗੇ ਆ ਮੋਥੇ ਵਰਗੇ ਨਦੀਨ ਨੇ ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜੀਆਂ ਦਵਾਈਆਂ ਨੇ ਜਾਂ ਤਾਂ ਐਲਮਿਕਸ ਦਵਾਈ ਆਉਂਦੀ ਆ 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜੀ। ਦੂਜੀ ਜਿਹੜੀ ਦਵਾਈ ਹੈਗੀ ਆ ਉਹ ਹੈਗੀ ਸੈਗਮੈਂਟ 16 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਫਿਰ ਜਿਹੜੀ ਐਲਗ੍ਰਿਪ ਦਵਾਈ ਹੈਗੀ ਆ ਐਲਗ੍ਰਿਪ ਜਿਹੜੀ ਹੈਗੀ 30 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹਦੀ ਵਰਤੋਂ ਕੀਤੀ ਜਾ ਸਕਦੀ ਆ ਜੀ। ਲੌਂਡੌਕਸ ਦਵਾਈ ਹੈਗੀ 40 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਉਹਦੀ ਵਰਤੋਂ ਕੀਤੀ ਜਾ ਸਕਦੀ ਹੈ, ਜਾਂ ਸਨਰਾਈਜ਼ ਦਵਾਈ ਜਿਹੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਆਪਾਂ ਉਹਦੀ ਜਿਹੜਾ ਛਿੜਕਾਅ ਹੈਗਾ ਉਹ ਆਪਾਂ ਝੋਨੇ ਦੀ ਲਵਾਈ ਤੋਂ 20-25 ਦਿਨਾਂ ਦੇ ਉੱਪਰ ਕਰ ਸਕਦੇ ਹਾਂ। ਪਰੰਤੂ ਜਿਵੇਂ ਪਹਿਲਾਂ ਦੱਸਿਆ ਦਵਾਈਆਂ ਆਪਾਂ 2 ਦਿਨਾਂ ਦੇ ਵਿੱਚ ਪਾਉਣੀਆਂ, ਉਹਦੇ ਵਿੱਚ ਪਾਣੀ ਖੜਾ ਕਰਨਾ ਜ਼ਰੂਰੀ ਆ, ਲੇਕਿਨ ਜਿਹੜੀਆਂ ਬਾਅਦ 'ਚ ਆਪਾਂ ਜਿਹੜੀਆਂ 10-12 ਦਿਨਾਂ ਦੇ 25 ਦਿਨਾਂ ਦੇ ਸਪਰੇਅ ਕਰਨੀ ਆਪਾਂ ਤਾਂ ਉਦੋਂ ਖਿਆਲ ਰਵੇ ਕਿ ਜਦੋਂ ਅਸੀਂ ਸਪਰੇਅ ਕਰਨੀ ਆ ਸਾਡੇ ਖੇਤ ਵਿੱਚ ਉਸ ਵੇਲੇ ਪਾਣੀ ਨਾ ਖੜਾ ਹੋਵੇ ਜੀ ਔਰ ਜਿਹੜੇ ਸਾਡੇ ਨਦੀਨਾਂ ਦੇ ਉੱਪਰ ਜਿਹੜਾ ਹੈਗਾ ਦਵਾਈ ਪੈ ਜਾਵੇ ਔਰ ਤੀਜੇ ਦਿਨ ਜਿਹੜਾ ਹੈਗਾ ਆਪਾਂ ਜਾ ਕੇ ਜਿਹੜਾ ਪਾਣੀ ਲਾਉਣਾ ਹੈਗਾ ਤੇ ਇਹਦੇ ਨਾਲ ਜਿਹੜੇ ਆਪਣੇ ਨਦੀਨਾਂ ਦੀ ਰੋਕਥਾਮ ਹੋ ਜੂ। ਸੋ ਕਈ ਵਾਰੀ ਕਿਸਾਨ ਵੀਰ ਕਹਿੰਦੇ ਸਾਡੇ ਤਾਂ ਜਿਵੇਂ ਮਧਾਣਾ ਹੈਗਾ, ਮਧਾਣਾ ਨਦੀਨ ਆ ਗਿਆ ਝੋਨੇ ਦੇ ਵਿੱਚ, ਸਿੱਧੀ ਬਿਜਾਈ ਝੋਨੇ 'ਚ ਕਾਫੀ ਸਮੱਸਿਆ ਆ ਰਹੀ ਹੈਗੀ ਆ, ਜਾਂ ਲੈਪਟੋਕਲੋਆ ਜਿਹੜਾ ਚੀਨੀ ਘਾਹ ਜਿਹਨੂੰ ਕਹਿ ਦਿੰਦੇ ਆ ਉਹਦੀ ਸਮੱਸਿਆ ਆ ਰਹੀ ਆ, ਤਾਂ ਉਹਨਾਂ ਹਾਲਤਾਂ ਦੇ ਵਿੱਚ ਜਿਹੜੀ ਰਾਈ ਸਟਾਰ ਦਵਾਈ ਹੈਗੀ ਆ 400 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਜੀ ਉਹਦਾ ਛਿੜਕਾਅ ਜਿਹੜਾ ਹੈਗਾ ਆਪਾਂ 150 ਲੀਟਰ ਪਾਣੀ 'ਚ ਘੋਲ ਕੇ ਉਹੀ ਜਿਹੜੀ ਝੋਨੇ ਦੀ ਜਿਹੜੀ ਲਵਾਈ ਤੋਂ ਆਪਾਂ ਤਕਰੀਬਨ 25 ਦਿਨਾਂ ਦੇ ਉੱਪਰ ਆਪਾਂ ਇਹਦਾ ਛਿੜਕਾਅ ਕਰਕੇ ਇਹਨਾਂ ਜਿਹੜੇ ਨਦੀਨਾਂ ਦੀ ਬੜੇ ਕਾਰਗਰ ਤਰੀਕੇ ਨਾਲ ਜਿਹੜੀ ਰੋਕਥਾਮ ਉਹ ਕਰ ਸਕਦੇ ਹਾਂ। ਡਾਕਟਰ ਸਾਹਿਬ ਤੁਸੀਂ ਆਏ ਹੋ, ਅਸੀਂ ਤੁਹਾਡਾ ਲਾਹਾ ਪੂਰਾ ਲੈਣਾ ਸੀ। ਜਿਹੜਾ ਤੁਸੀਂ ਗੱਲ ਕੀਤੀ ਚੌੜੀ ਪੱਤੀ ਅਤੇ ਮੌਥੇ ਦੀ ਜਿਹੜੀ ਆਪਾਂ ਨੂੰ ਸਮੱਸਿਆ ਦੀ ਦਵਾਈਆਂ ਦਾ ਤੁਸੀਂ ਜ਼ਿਕਰ ਕੀਤਾ ਕਿਉਂ ਕੁਝ ਸਾਥੀਆਂ ਦਾ ਸੁਨੇਹਾ ਹੈ ਉਹ ਦਵਾਈਆਂ ਬਾਰੇ ਤੁਸੀਂ ਇੱਕ ਵਾਰੀ ਦੁਬਾਰਾ ਸਾਂਝਾ ਕਰੋ ਵੀ ਕਿੰਨੀ ਡੋਜ਼ ਰੱਖਣੀ ਤੇ ਕਿਹੜੀਆਂ ਸਾਵਧਾਨੀਆਂ ਅਸੀਂ ਵਰਤੋਂ ਕਰੇ
ਧਿਆਨ ਵਿੱਚ ਰੱਖਣੀ ਹੈ? ਹਾਂਜੀ, ਸੋ ਹਾਂ ਬਿਲਕੁਲ ਸ਼ਰਮਾ ਜੀ, ਸਾਵਧਾਨੀਆਂ ਜਿਵੇਂ ਇੱਕ ਤਾਂ ਪਹਿਲਾਂ ਜਿਹੜੀ ਸਾਵਧਾਨੀ ਆਪਾਂ ਦੱਸੀ ਹੈਗੀ ਆ ਬਈ ਪਾਣੀ ਖੇਤ ਵਿੱਚ ਖੜਾ ਨਾ ਹੋਵੇ ਜੀ, ਕਿਉਂਕਿ ਜੇ ਤੁਹਾਡਾ ਨਦੀਨ ਪਾਣੀ 'ਚ ਡੁੱਬਿਆ ਹੋਇਆ ਤਾਂ ਤੁਹਾਡੀ ਸਪਰੇਅ ਨਦੀਨ ਦੇ ਉੱਪਰ ਪੈਣੀ ਨਹੀਂ ਹੈਗੀ ਜੀ। ਸੋ ਇਸ ਗੱਲ ਦਾ ਖਿਆਲ ਰੱਖਣਾ ਕਿ ਖੇਤ ਵਿੱਚ ਪਾਣੀ ਨਾ ਖੜਾ ਹੋਵੇ। ਨੰਬਰ 2 ਤੇ ਜਿਹੜੀ ਨੋਜ਼ਲ ਦੀ ਚੋਣ ਆ ਉਹ ਬੜੀ ਜ਼ਰੂਰੀ ਹੈ ਜੀ। ਆਮ ਤੌਰ ਤੇ ਆਪਣੇ ਜਿਹੜੀ ਗੋਲ ਨੋਜ਼ਲ ਜਿਹਦਾ ਫੁਹਾਰਾ ਗੋਲ ਹੁੰਦਾ ਵਿੱਚੋਂ, ਉਹ ਕਈ ਵਾਰ ਸਾਡੇ ਕਿਸਾਨ ਵੀਰ ਨੋਜ਼ਲ ਵਰਤ ਲੈਂਦੇ ਹੈਗੇ ਆ। ਨਦੀਨ ਨਾਸ਼ਕਾਂ ਲਈ ਉਹ ਨੋਜ਼ਲ ਦੀ ਜਿਹੜੀ ਸਿਫਾਰਿਸ਼ ਨਹੀਂ ਅਸੀਂ ਕਰਦੇਗੇ। ਸੋ ਇਹਦੇ ਲਈ ਕੱਟ ਵਾਲੀ ਨੋਜ਼ਲ ਜਿਹੜੀ ਆ ਉਹਦੀ ਵਰਤੋਂ ਕਰਨੀ ਆ ਔਰ ਫਾਂਟਾਂ ਦੇ ਵਿੱਚ ਸਪਰੇਅ ਕਰਨਾ ਜੀ। ਔਰ ਪਹਿਲੀ ਫਾਂਟ ਦੇ ਜਦੋਂ ਦੂਜੀ ਫਾਂਟ ਲਿਜਾਣੀ ਆ ਤਾਂ 25% ਉਹਦੇ ਚੜਾ ਰੱਖਣਾ ਆਪਾਂ, ਕਿਉਂਕਿ ਸਾਈਡ ਤੇ ਜਿਹੜਾ ਥੋੜਾ ਫੁਹਾਰਾ ਬਰੀਕ ਹੋ ਜਾਂਦਾ ਤਾਂ ਦਵਾਈ ਪੂਰੀ ਨਹੀਂ ਪੈਂਦੀ। ਸੋ ਫਾਂਟਾਂ ਦੇ ਵਿੱਚ ਆਪਾਂ ਇਹਦਾ ਛਿੜਕਾਅ ਕਰਨਾ ਹੈਗਾ ਔਰ ਪਾਣੀ ਖੇਤ ਵਿੱਚ ਖੜਾ ਨਾ ਹੋਵੇ, ਤੀਜੇ ਦਿਨ ਪਾਣੀ ਲਾਉਣਾ ਹੈਗਾ। ਸੋ ਦਵਾਈਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਚੌੜੇ ਪੱਤਿਆਂ ਵਾਲੇ ਵਾਸਤੇ ਆਪਣੀ ਐਲਮਿਕਸ ਦਵਾਈ ਜਿਹੜੀ ਬੜੀ ਕਾਰਗਰ ਆ, 8 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ, ਜਾਂ ਐਲਗ੍ਰਿਪ 30 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਜੀ, ਔਰ ਸਨਰਾਈਜ਼ ਜਿਹੜੀ ਹੈਗੀ 50 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ। ਸੋ ਇਹਨਾਂ ਦਵਾਈਆਂ ਦੀ ਆਪਾਂ ਜਿਹੜੀ ਵਰਤੋਂ ਕਰਕੇ ਬੜੇ ਹੀ ਕਾਰਗਰ ਤਰੀਕੇ ਨਾਲ ਜਿਹੜੀ ਨਦੀਨਾਂ ਦੀ ਰੋਕਥਾਮ ਆਪਾਂ ਉਹ ਕਰ ਸਕਦੇ ਹਾਂ ਔਰ ਚੰਗਾ ਜਿਹੜਾ ਫਸਲ ਦਾ ਝਾੜ ਉਹ ਲੈ ਸਕਦੇ ਹਾਂ ਜੀ। ਬਹੁਤ ਵਧੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਤੁਸੀਂ ਇਹ ਵਡਮੁੱਲੀ ਜਾਣਕਾਰੀ ਸਾਡੇ ਕਿਸਾਨ ਵੀਰਾਂ ਨਾਲ ਸਾਂਝੀ ਕੀਤੀ। ਸੋ ਕਿਸਾਨ ਵੀਰੋ, ਮੁੱਕਦੀ ਗੱਲ ਹੈ, ਨਦੀਨਾਂ ਦੀ ਜੇ ਸੁਚੱਜੀ ਰੋਕਥਾਮ ਕਰਨੀ ਹੈ ਤਾਂ ਇਹ ਯਾਦ ਰੱਖਣਾ, ਪਾਣੀ ਦਾ ਨਾ ਖੜਾ ਹੋਣਾ ਬਹੁਤ ਜ਼ਰੂਰੀ ਹੈ। ਤੇ ਉਹਦੇ ਬਹੁਤ ਜ਼ਰੂਰੀ ਹੈ ਜਦੋਂ ਅਸੀਂ ਨੋਜ਼ਲ ਦੀ ਚੋਣ ਕਰਨੀ ਹੈ, ਉਹ ਹਮੇਸ਼ਾ ਯਾਦ ਰੱਖਣੀ ਹੈ। ਤੇ ਵੱਡੀ ਗੱਲ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਯੂਰੀਆ ਬਾਬਤ ਵੀ ਵਰਤਣ ਦੇ ਲਈ, ਜੇ ਅਸੀਂ ਜ਼ਿਆਦਾ ਯੂਰੀਆ ਵਰਤਦੇ ਹਾਂ ਤਾਂ ਯੂਰੀਆ ਵਰਤਣ ਦੇ ਨਾਲ ਇੱਕ ਪਾਸੇ ਆਰਥਿਕ ਪੱਖੋਂ ਆਪਣੇ ਆਪ ਨੂੰ ਖੋਰਾ ਲਾ ਰਹੇ ਹਾਂ, ਦੂਜੇ ਪਾਸੇ ਵਾਤਾਵਰਨ ਨੂੰ ਪਲੀਤ ਕਰ ਰਹੇ ਹਾਂ, ਪਾਣੀਆਂ ਨੂੰ ਅਸੀਂ ਖਰਾਬ ਕਰ ਰਹੇ ਹਾਂ। ਸੋ ਇਹ ਚੀਜ਼ਾਂ ਬੜੀਆਂ ਜ਼ਰੂਰੀ ਨੇ, ਇਹ ਤੁਸੀਂ ਧਿਆਨ 'ਚ ਰੱਖਣੀਆਂ। ਇਹਦੇ ਨਾਲ ਹੀ ਕਿਸਾਨ ਵੀਰੋ, ਹੁਣ ਜੁਲਾਈ ਅਗਸਤ ਦਾ ਮਹੀਨਾ ਹੈ, ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸ਼ਹਿਰਾਂ ਵਿੱਚ, ਕਸਬਿਆਂ, ਪਿੰਡਾਂ ਵਿੱਚ ਵਨ ਮਹਾਉਤਸਵ ਮਨਾਏ ਜਾ ਰਹੇ ਨੇ, ਰੁੱਖ ਲਗਾਏ ਜਾ ਰਹੇ ਨੇ। ਕਿਉਂ? ਮਨੁੱਖਾਂ ਦਾ ਜਨਮ ਦਾ ਇੱਕ ਰਿਸ਼ਤਾ ਵਾ। ਇਸ ਬਾਬਤ ਹੀ ਅਸੀਂ ਕਿਹੜੇ ਹੁਣ ਨਵੇਂ ਬਾਗ ਲਾਉਣੇ ਆ ਤੇ ਰੁੱਖ ਕਿਹੜੇ ਲੱਗਣੇ ਆ, ਅਸੀਂ ਆਪਣੇ ਫੇਸਬੁੱਕ ਲਾਈਵ ਤੇ ਅੱਜ ਇਨਵਾਈਟ ਕੀਤਾ, ਬੁਲਾਇਆ ਡਾਕਟਰ ਜਸਵਿੰਦਰ ਬਰਾੜ ਜੀ ਨੂੰ। ਡਾਕਟਰ ਸਾਹਿਬ, ਸਾਡੇ ਕਿਸਾਨ ਵੀਰਾਂ ਨਾਲ ਤੁਸੀਂ ਇਹ ਸਾਂਝਾ ਜ਼ਰੂਰ ਕਰੋ ਵੀ ਇਸ ਸਮੇਂ ਜੋ ਅਸੀਂ ਨਵੇਂ ਬਾਗ ਲਾਉਣੇ ਨੇ ਤਾਂ ਕਿਹੜੀਆਂ ਸਾਵਧਾਨੀਆਂ ਅਸੀਂ ਧਿਆਨ 'ਚ ਰੱਖਣੀਆਂ, ਉਹ ਤੁਸੀਂ ਦੱਸੋ ਕਿਹੜੇ ਦੀਆਂ ਗੱਲਾਂ ਧਿਆਨ 'ਚ ਰੱਖਣ ਤਾਂ ਜੋ ਉਹ ਸਫਲ ਬਾਗਬਾਨ ਬਣ ਸਕਣ। ਬਿਲਕੁਲ ਜੀ, ਕਿਸਾਨ ਵੀਰੋ, ਇਹ ਜਿਹੜਾ ਸਮਾਂ ਚੱਲ ਰਿਹਾ ਹੈ, ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ, ਇਹ ਜਿੰਨੇ ਵੀ ਸਦਾ ਬਹਾਰ ਫਲਦਾਰ ਬੂਟੇ ਆ, ਫਲਦਾਰ ਬੂਟਿਆਂ ਨੂੰ ਆਮ ਤੌਰ ਤੇ ਅਸੀਂ 2 ਸ਼੍ਰੇਣੀਆਂ ਦੇ ਵਿੱਚ ਵੰਡਦੇ ਹਾਂ। ਇੱਕ ਉਹ ਜਿਹੜੇ ਸਦਾ ਹਰੇ ਭਰੇ ਰਹਿੰਦੇ ਆ, ਇੱਕ ਉਹ ਸ਼੍ਰੇਣੀ ਹੁੰਦੀ ਹੈ ਜਿਨ੍ਹਾਂ ਦੇ ਪੱਤੇ ਝੜ ਜਾਂਦੇ ਆ। ਸੋ ਜਿਨ੍ਹਾਂ ਦੇ ਪੱਤੇ ਝੜ ਜਾਂਦੇ, ਜਿਨ੍ਹਾਂ ਦੇ ਵਿੱਚ ਆੜੂ ਹੈ, ਅਲੂਚਾ ਹੈ, ਨਾਸ਼ਪਾਤੀ ਹੈ, ਅੰਗੂਰ, ਅੰਜੀਰ ਜਾਂ ਅੰਗੂਰਾਂ ਦੀਆਂ ਵੇਲਾਂ ਲਾਉਣੀਆਂ, ਤਾਂ ਉਹ ਅਸੀਂ ਕਹਿੰਦੇ ਕਿ ਜਨਵਰੀ ਦੇ ਮਹੀਨੇ ਵਿੱਚ ਲਾਓ ਜਦੋਂ ਉਹਨਾਂ ਦੇ ਪੱਤੇ ਝੜੇ ਹੁੰਦੇ ਹਨ ਜੀ। ਪਰ ਬਾਕੀ ਸਾਰੇ ਜਿੰਨੇ ਵੀ ਸਦਾ ਬਹਾਰ, ਸਦਾ ਹਰੇ ਭਰੇ ਰਹਿਣ ਵਾਲੇ ਜਿਹੜੇ ਫਲਦਾਰ ਬੂਟੇ ਆ, ਜਿਨ੍ਹਾਂ ਦੇ ਵਿੱਚ ਜਿੰਨੇ ਵੀ ਸਾਰੇ ਨਿੰਬੂ ਜਾਤੀ ਦੇ ਫਲਦਾਰ ਬੂਟੇ ਆ ਜਾਂਦੇ ਆ ਜੀ, ਜਿਨ੍ਹਾਂ ਦੇ ਵਿੱਚ ਸਾਡਾ ਕਿੰਨੂ ਹੈ, ਮਾਲਟਾ ਹੈ, ਨਿੰਬੂ ਹੈ, ਗ੍ਰੇਪ ਫਰੂਟ ਆ, ਲਾਈਮ, ਲੈਮਨ, ਇਹਨਾਂ ਨੂੰ ਲਾਉਣ ਦਾ ਸਮਾਂ ਪਲੱਸ ਅੰਬ ਹੈ, ਲੀਚੀ, ਪਪੀਤਾ, ਚੀਕੂ, ਬਿੱਲ ਤੇ ਹੋਰ ਬਾਕੀ ਜਿਹੜੇ ਸਦਾਬਹਾਰ ਫਲਦਾਰ ਬੂਟੇ ਆ, ਉਹਨਾਂ ਨੂੰ ਲਾਉਣ ਦਾ ਇਹ ਜਿਹੜਾ ਸਮਾਂ ਹੈ ਜੁਲਾਈ ਤੋਂ ਲੈ ਕੇ ਸਤੰਬਰ ਤੱਕ ਬਹੁਤ ਹੀ ਢੁਕਵਾਂ ਸਮਾਂ ਹੈ ਜੀ। ਕਿਉਂਕਿ ਇਸ ਸਮੇਂ ਜਿਹੜੀ ਹੈਗੀ ਆ ਹਵਾ ਦੇ ਵਿੱਚ ਕਾਫੀ ਨਮੀ ਹੁੰਦੀ ਹੈ, ਜ਼ਮੀਨ ਦੇ ਵਿੱਚ ਸੈੱਲ ਹੁੰਦੀ ਤੇ ਜਿਹੜਾ ਤਾਪਮਾਨ ਆ ਉਹ ਵੀ ਕਾਫੀ ਅਨੁਕੂਲ ਹੁੰਦਾ ਤੇ ਬੂਟੇ ਜਿਹੜੇ ਹੈਗੇ ਆ ਉਹ ਮਰਨ ਦੀ ਦਰ ਨਹੀਂ ਹੁੰਦੀ ਇਸ ਮੌਸਮ ਦੇ ਵਿੱਚ ਜੀ। ਸੋ ਇਹ ਸਮੇਂ ਜਿਹੜਾ ਹੈਗਾ ਥੋੜ੍ਹੀਆਂ 2-4 ਗੱਲਾਂ ਦਾ ਜਿਨ੍ਹਾਂ ਦਾ ਆਪਾਂ ਧਿਆਨ ਰੱਖਣਾ ਹੈ, ਉਹਨਾਂ ਦੇ ਵਿੱਚੋਂ ਇਹ ਹੈ ਕਿ ਅਸੀਂ ਮਿਹਨਤ ਕਰਕੇ ਬੂਟਾ ਲੈ ਵੀ ਆਂਦਾ ਜੀ, ਉਹਨੂੰ ਆਪਾਂ ਪਾਲ ਵੀ ਰਹੇ ਆ, ਪਰ ਉਹ ਕਈ ਵਾਰੀ ਉਹ ਫਲ ਉਹਨਾਂ ਵਧੀਆ ਨਹੀਂ ਦਿੰਦਾ ਜਿੰਨਾ ਦੇਣਾ ਚਾਹੀਦਾ ਹੈ। ਸੋ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਇਹ ਰੱਖਣੀ ਹੈ ਕਿ ਤੁਸੀਂ ਜਿਹੜੇ ਫਲਦਾਰ ਬੂਟੇ ਆ, ਕਿਉਂਕਿ ਇਹ 20-25 ਸਾਲ ਤੱਕ ਆਪਣੇ ਘਰ ਦੇ ਵਿੱਚ ਆਪਣੇ ਇਹਨਾਂ ਦਾ ਵਾਹ ਰਹਿਣਾ ਹੈ, ਕੋਈ ਮਾੜੀ ਕਿਸਮ ਲੈ ਕੇ ਨਹੀਂ ਲਾਉਣਾ। ਸੋ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਨਰਸਰੀ ਤੋਂ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਵੱਖ-ਵੱਖ ਰਿਸਰਚ ਸਟੇਸ਼ਨਾਂ ਤੇ ਸਾਡੀਆਂ ਕਾਫੀ ਨਰਸਰੀਆਂ ਹੈਗੀਆਂ, ਉੱਥੋਂ ਜਿਹੜੇ ਹੈਗੇ ਫਲਦਾਰ ਬੂਟੇ ਖਰੀਦ ਕੇ ਲਗਾਉਣੇ ਆ ਤਾਂ ਕਿ ਜਿਹੜਾ ਤੁਹਾਨੂੰ ਸਹੀ ਕਿਸਮ ਤੇ ਸਹੀ ਜਿਹੜਾ ਹੈਗਾ ਫਲਦਾਰ ਬੂਟਾ ਉਹ ਤੁਹਾਨੂੰ ਮਿਲ ਸਕੇ। ਦੂਸਰੀ ਜਿਹੜੀ ਗੱਲ ਇਹਦੇ ਵਿੱਚ ਧਿਆਨ ਰੱਖਣ ਵਾਲੀ ਹੈ ਕਿ ਆਪਾਂ ਨੂੰ ਥੋੜੀ ਜਿਹੀ ਮਿਹਨਤ ਕਰਨੀ ਪਊਗੀ। ਉਸ ਵਾਸਤੇ ਮਿਹਨਤ ਦੇ ਸਦਕੇ ਤੁਸੀਂ ਜਿਹੜਾ ਹੈਗਾ ਉਹ ਚੰਗਾ ਫਲ ਲੈ ਸਕਦੇ ਹੋ। ਭਾਵ ਕਿ ਲਾਉਣ ਵੇਲੇ ਸਾਨੂੰ ਜਿਹੜਾ ਹੈਗਾ ਉਹ ਟੋਆ ਜ਼ਰੂਰ ਚੰਗਾ ਪੱਟ ਲੈਣਾ ਚਾਹੀਦਾ ਹੈ, ਜਿਹੜਾ ਆਕਾਰ 3 ਫੁੱਟ ਚੌੜਾ ਹੋਵੇ ਤੇ 3 ਫੁੱਟ ਡੂੰਘਾ ਟੋਆ ਪੱਟ ਕੇ
ਉਹਦੇ ਵਿੱਚ ਜਿਹੜਾ ਹੈਗਾ ਆਪਾਂ 2 ਹਿੱਸੇ ਰੂੜੀ ਤੇ 1 ਹਿੱਸਾ ਮਿੱਟੀ ਮਿਲਾ ਕੇ ਚੰਗੀ ਤਰ੍ਹਾਂ ਭਰ ਲੈਣਾ ਹੈ ਜੀ। ਭਰ ਕੇ ਉਹਨੂੰ ਪਾਣੀ ਦੇ ਦੇਣਾ ਹੈ। ਜਦੋਂ ਟੋਆ ਬੈਠ ਜਾਊਗਾ ਉਹਨੂੰ ਆਪਾਂ ਫਿਰ ਲੈਵਲ ਕਰਕੇ ਫਿਰ ਉਹਦੇ ਆਪਾਂ ਸੈਂਟਰ ਦੇ ਵਿੱਚ ਜਿਹੜਾ ਹੈਗਾ ਉਹ ਬੂਟਾ ਲਾਵਾਂਗੇ ਤਾਂ ਜਿਹੜਾ ਇਸ ਤਰ੍ਹਾਂ ਲਾਇਆ ਬੂਟਾ ਉਹ ਬਹੁਤ ਤੇਜ਼ੀ ਨਾਲ ਵਧੂਗਾ ਤੇ ਉਹਦਾ ਜਿਹੜਾ ਹੈਗਾ ਢਾਂਚਾ ਵੀ ਸਟਰੋਂਗ ਬਣੂਗਾ। ਬੂਟਾ ਜਿਹੜਾ ਹੈਗਾ ਉਹ ਬਹੁਤ ਲੰਬੇ ਸਮੇਂ ਤੱਕ ਚੱਲੂਗਾ। ਸੋ ਇਸ ਗੱਲ ਦਾ ਖਿਆਲ ਰੱਖਣਾ ਜੀ। ਉਸ ਤੋਂ ਬਾਅਦ ਕਿਸਾਨ ਜਿਹੜੇ ਇੱਕ ਹੋਰ ਥੋੜੀ ਗਲਤੀ ਕਰਦੇ ਆ, ਆਮ ਤੌਰ ਤੇ ਕਿਸਾਨ ਵੀਰਾਂ ਦਾ ਸਵਾਲ ਆਉਂਦਾ ਹੈ ਕਿ ਅਸੀਂ ਬੂਟਾ, ਉਦਾਹਰਨ ਦੇ ਤੌਰ ਤੇ ਗੱਲ ਕਰੀਏ ਕਿ ਅਸੀਂ ਬੂਟਾ ਤਾਂ ਲੈ ਕੇ ਗਏ ਸੀ ਨਿੰਬੂ ਦਾ ਜੀ। ਔਰ ਉਹਨੂੰ ਨਿੰਬੂ ਨਹੀਂ ਲੱਗ ਰਿਹਾ, ਕੋਈ ਹੋਰ ਦੇਸੀ ਜਾਂ ਖੱਟੇ ਜਾਂ ਕੌੜੇ ਫਲ ਲੱਗ ਰਹੇ ਆ। ਸੋ ਉਹ ਕਿੱਥੇ ਗਲਤੀ ਹੁੰਦੀ ਆ? ਸੋ ਹਮੇਸ਼ਾ ਇਹ ਧਿਆਨ ਰੱਖਣਾ ਹੈ ਜਿਹੜਾ ਪਿਉਂਦ ਵਾਲਾ ਪੋਰਸ਼ਨ ਆ ਜੀ, ਜਿਹੜੀ ਪਿਉਂਦ ਵਾਲਾ ਜਿਹੜਾ ਹੈਗਾ ਟਾਹਣੀ ਹੈ ਸਿਰਫ ਉਹੀ ਰੱਖਣੇ ਆ। ਜਿਹੜੀ ਪਿਉਂਦ ਤੋਂ ਥੱਲੇ ਜਿਹੜਾ ਹੈਗਾ ਦੇਸੀ ਬੂਟੇ ਤੋਂ ਕੋਈ ਵੀ ਫੁੱਟੀ ਟਾਹਣੀ ਆ ਉਹ ਆਪਾਂ ਤੁਰੰਤ ਉਹਨੂੰ ਕੱਟ ਦੇਣਾ ਹੈ ਜੀ। ਨਹੀਂ ਤਾਂ ਜੇ ਦੇਸੀ ਬੂਟੇ ਤੋਂ ਆਪਾਂ ਟਾਹਣੀ ਜਿਹੜੀ ਫੁੱਟੀ ਆ ਉਹਨੂੰ ਚੱਲਣ ਦੇਤਾ ਤਾਂ ਉਹ ਸਾਡਾ ਬੂਟਾ ਦੇਸੀ ਹੋ ਜਾਊਗਾ, ਖਰਾਬ ਹੋ ਜਾਊਗਾ। ਸੋ ਇਹ ਖਿਆਲ ਰੱਖਣਾ ਕਿ ਪਿਉਂਦੀ ਟਾਹਣੀ ਤੋਂ ਥੱਲੇ ਆਪਾਂ ਕੋਈ ਵੀ ਟਾਹਣੀ ਜਿਹੜੀ ਹੈਗੀ ਆ ਉਹ ਫੁੱਟਣ ਨਹੀਂ ਦੇਣੀ ਤੇ ਜਿਹੜਾ ਬੂਟਾ ਸਾਡਾ ਉਹ ਪੂਰਾ ਜਿਹੜਾ ਹੈਗਾ ਸੁਧਰੀ ਨਸਲ ਦਾ ਜਿਹੜਾ ਸਾਨੂੰ ਮਿਲੂਗਾ। ਸੋ ਇਹ ਗੱਲ ਦਾ ਆਪਾਂ ਖਿਆਲ ਰੱਖਣਾ ਹੈ। ਉਸ ਤੋਂ ਬਾਅਦ ਥੋੜਾ ਜਿਹਾ ਗੱਲ ਇਹ ਆਪਾਂ ਵੀ ਧਿਆਨ 'ਚ ਰੱਖਣੀ ਹੈ ਕਿ ਜਦੋਂ ਅਸੀਂ ਨਵਾਂ ਬੂਟਾ ਲਾਉਂਦੇ ਆ, ਬਰਸਾਤਾਂ ਦਾ ਸੀਜ਼ਨ ਆ, ਜ਼ਿਆਦਾ ਬਾਰਿਸ਼ ਆ ਗਈ, ਹਵਾ ਚੱਲ ਗਈ ਤਾਂ ਉਹ ਟੇਢੇ ਹੋ ਜਾਂਦੇ ਆ। ਸੋ ਉਹਦਾ ਜਿਹੜਾ ਢਾਂਚਾ ਉਸੇ ਤਰ੍ਹਾਂ ਟੇਢਾ ਹੀ ਡਿਵੈਲਪ ਹੋ ਜਾਂਦਾ ਕਈ ਵਾਰੀ ਜੇ ਆਪਾਂ ਉਸ ਗੱਲ ਵੱਲ ਧਿਆਨ ਨਾ ਦਈਏ। ਸੋ ਬੂਟੇ ਨੂੰ ਹਮੇਸ਼ਾ ਕਿਸੇ ਸੋਟੀ ਦਾ ਸਹਾਰਾ ਦੇ ਲਓ ਜਾਂ ਕਿਸੇ ਵੀ ਛੜੀ ਦਾ ਸਹਾਰਾ ਦੇ ਕੇ ਉਹਨੂੰ ਆਪਾਂ ਸਿੱਧਾ ਰੱਖਣਾ ਹੈ ਤਾਂ ਕਿ ਬੂਟਾ ਦਾ ਜਿਹੜਾ ਹੈਗਾ ਢਾਂਚਾ ਉਹ ਸਿੱਧਾ ਤੇ ਸਪਾਟ ਬਣੇ ਤੇ ਉਹਦਾ ਆਉਣ ਵਾਲੇ ਲੰਬੇ ਸਮੇਂ ਤੱਕ ਉਹਦਾ ਜਿਹੜਾ ਉਹ ਆਪਣੀ ਜਗ੍ਹਾ ਤੇ ਸਥਿਰ ਬਣਿਆ ਰਹੇ। ਸੋ ਇਹ 4-5 ਗੱਲਾਂ ਦਾ ਜਿਹੜਾ ਹੁਣ ਆਪਾਂ ਧਿਆਨ ਰੱਖਣਾ ਹੈ। ਸੋ ਇਹ ਜਿਹੜਾ ਸਾਡਾ ਵਰ੍ਹਾ ਚੱਲ ਰਿਹਾ ਹੈ ਇਹ ਨਵੇਂ ਦਰਖਤ ਲਾਉਣ ਦਾ, ਫਲਦਾਰ ਬੂਟੇ ਲਾਉਣ ਦਾ ਜਾਂ ਹੋਰ ਜਿਹੜੇ ਹੈਗੇ ਆ ਵਾਤਾਵਰਨ ਸ਼ੁੱਧ ਕਰਨ ਦਾ ਵਰ੍ਹਾ ਚੱਲ ਰਿਹਾ ਹੈ। ਸੋ ਮੈਂ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਬਹੁਤ ਹੀ ਢੁਕਵਾਂ ਸਮਾਂ ਆਪਣੀਆਂ ਮੋਟਰਾਂ ਦੇ ਉੱਤੇ ਆਪਣੇ ਘਰਾਂ ਦੇ ਵਿੱਚ ਜਾਂ ਵਪਾਰਕ ਪੱਧਰ ਤੇ ਜਿਹੜਾ ਕਿਸਾਨ ਵੀਰ ਬਾਗਬਾਨੀ ਵੱਲ ਧੰਦੇ ਵੱਲ ਜਾਣਾ ਚਾਹੁੰਦਾ ਤਾਂ ਇਹ ਬਿਲਕੁਲ ਢੁਕਵਾਂ ਸਮਾਂ ਚੱਲ ਰਿਹਾ ਹੈ। ਤੁਹਾਨੂੰ ਵੱਧ ਤੋਂ ਵੱਧ ਜਿਹੜੇ ਹੈਗੇ ਫਲ ਜਿਹੜੇ ਹੈਗੇ ਆਪਣੇ ਘਰੇਲੂ ਪੱਧਰ ਤੇ ਪੈਦਾ ਕਰਕੇ ਆਪਣੀ ਜਿਹੜੀ ਪਰਿਵਾਰ ਦੀਆਂ ਜ਼ਰੂਰਤਾਂ ਆਪਾਂ ਪੂਰੀਆਂ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਡਾਕਟਰ ਬਰਾੜ। ਸਾਡੇ ਜੋ ਕਿਸਾਨ ਵੀਰਾਂ ਦੇ ਸ਼ੰਕੇ ਸੀਗੇ ਉਹ ਸਾਡੇ ਕੋਲ ਵੀ ਉੱਦਾਂ ਲਿਖਤੀ ਰੂਪ 'ਚ ਵੀ ਆਏ ਸੀਗੇ, ਉਹ ਸਾਰੇ ਤੁਸੀਂ ਵਧੀਆ ਬਾਗਬਾਨਾਂ ਨੂੰ ਦੱਸਿਆ। ਸੋ ਕਿਸਾਨ ਵੀਰੋ ਮੁੱਖ ਦੀ ਗੱਲ ਇਹ ਹੈ ਇਹ ਸਮਾਂ ਬਹੁਤ ਢੁਕਵਾਂ ਸਮਾਂ ਹੈ। ਇਸ ਸਮੇਂ ਜੋ ਆਪਾਂ ਫਲਾਂ ਦੇ ਬੂਟਿਆਂ ਦੇ ਮਰਨ ਦੀ ਜੋ ਦਰ ਹੈ ਉਹ ਸਭ ਤੋਂ ਘੱਟ ਪਾਈ ਜਾਂਦੀ ਹੈ। ਤੇ ਇੱਕ ਜੋ ਡਾਕਟਰ ਸਾਹਿਬ ਨੇ ਖਾਸ ਕਰ ਗੱਲ ਜ਼ਿਕਰ ਕੀਤਾ ਕਿਉਂਕਿ ਇਹ ਬੂਟੇ ਸਾਡੇ ਕੋਲ 25 ਸਾਲ ਤੱਕ ਸਾਡੇ ਨਾਲ ਰਹਿਣੇ ਨੇ, ਇਹ ਬੂਟੇ ਹਮੇਸ਼ਾ ਮਾਨਤਾ ਪ੍ਰਾਪਤ ਨਰਸਰੀ ਤੋਂ ਹੀ ਪ੍ਰਾਪਤ ਕਰਨੇ ਚਾਹੀਦੇ ਆ। ਤੇ ਖਾਸ ਕਰਕੇ ਇਹ ਬੂਟੇ ਜਦੋਂ ਲਾਉਣੇ ਆ ਟੋਆ ਪੱਟਣਾ ਤਾਂ ਉਸ ਵੇਲੇ ਵੀ ਇਹ ਕਿਸ ਤਰ੍ਹਾਂ ਦੀਆਂ ਸਿਫਾਰਿਸ਼ਾਂ ਜੋ ਯੂਨੀਵਰਸਿਟੀ ਨੇ ਦਿੱਤੀਆਂ ਉਹਨਾਂ ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਜੇ ਹੋਰ ਕੋਈ ਸਵਾਲ ਇਸ ਬਾਬਤ ਆਇਆ ਬਾਗਬਾਨੀ ਤੇ ਤੁਹਾਨੂੰ ਫਿਰ ਦੁਬਾਰਾ ਖਿੱਚਣ ਦਾ ਮੌਕਾ ਦੇਵਾਂਗੇ। ਸੋ ਕਿਸਾਨ ਵੀਰੋ ਦੂਜਾ ਅਸੀਂ ਗੱਲ ਕਰਦੇ ਹਾਂ ਮਿੱਟੀ ਦੇ ਵਿੱਚ ਕਈ ਤਰ੍ਹਾਂ ਦੀਆਂ ਕੋਈ ਘਾਟਾਂ ਹੁੰਦੀਆਂ, ਉਹ ਘਾਟਾਂ ਨੂੰ ਪੂਰੀਆਂ ਕੀਤਾ ਜਾ ਸਕਦਾ। ਜਿਵੇਂ ਡਾਕਟਰ ਸਾਹਿਬ ਨੇ ਪਹਿਲਾਂ ਡਾਕਟਰ ਬੂਟਾ ਸਿੰਘ ਨੇ ਗੱਲ ਕੀਤੀ ਸੀਗੀ, ਜੇ ਆਪਾਂ ਹਰੀ ਖਾਦ ਦੀ ਵਰਤੋਂ ਕੀਤੀ ਹੈ ਤਾਂ ਹਰੀ ਖਾਦ ਦੀ ਵਰਤੋਂ ਤੋਂ ਬਾਅਦ ਆਪਾਂ ਨੂੰ ਖਾਦਾਂ ਦੀ ਜਾਂ ਨਾਈਟ੍ਰੋਜਨ ਦੀ, ਉਹਦੀ ਯੂਰੀਆ ਦੀ ਘੱਟ ਲੋੜ ਪੈਂਦੀ ਹੈ। ਇਸੇ ਤਰ੍ਹਾਂ ਖਾਦਾਂ ਦੀ ਜਦੋਂ ਆਪਾਂ ਵਰਤੋਂ ਕਰ ਰਹੀ ਹਾਂ ਯੂਨੀਵਰਸਿਟੀ ਨੇ ਇੱਕ ਯੰਤਰ ਉਸ ਦੀ ਪ੍ਰਮਾਣਤਾ ਦਿੱਤੀ ਹੈ ਜਿਹਨੂੰ ਪੱਤਾ ਰੰਗ ਚਾਰਟ ਕਿਹਾ ਜਾਂਦਾ ਹੈ। ਪੱਤਾ ਰੰਗ ਚਾਰਟ ਅਸੀਂ ਕਿੱਦਾਂ ਵਰਤਣਾ ਤੇ ਪਲੱਸ ਅਲੱਗ-ਅਲੱਗ ਜਦੋਂ ਲੋੜਾਂ ਮਹਿਸੂਸ ਕਰਦੀ ਹੈ ਮਿੱਟੀ ਤਾਂ ਅਸੀਂ ਉਹਨਾਂ ਦੀ ਪੂਰਤੀ ਕਿੱਦਾਂ ਕਰਨੀ ਹੈ। ਇਸ ਲਈ ਅਸੀਂ ਫੇਸਬੁੱਕ ਲਾਈਵ ਤੇ ਡਾਕਟਰ ਕ੍ਰਿਸ਼ਨ ਕੇ ਸਿੰਘ ਜੋ ਸਾਡੇ ਬਤੌਰ ਪ੍ਰਸਾਰ ਮਾਹਰ ਨੇ ਇਸ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੂੰ ਬੇਨਤੀ ਕੀਤੀ ਹੈ। ਸਰ ਤੁਹਾਡਾ ਸਵਾਗਤ ਹੈ ਜੀ। ਤੇ ਸਾਡੇ ਕਿਸਾਨ ਵੀਰਾਂ ਨੂੰ ਤੁਸੀਂ ਦੱਸੋ ਕਿਹੜੀ ਘੱਟ ਆ ਸਕਦੀ ਹੈ ਤੇ ਪੱਤਾ ਰੰਗ ਚਾਰਟ ਖਾਸ ਕਰਕੇ ਤੁਸੀਂ ਜੋ ਹੱਥ 'ਚ ਫੜਿਆ ਉਹ ਜ਼ਰੂਰ ਦਿਖਾਓ ਵੀ ਕਿੰਨੀ ਇਹ ਕਾਰਗਰ ਸਾਡੀ ਇਹ ਟੈਕਨੋਲੋਜੀ ਹੈ। ਹਾਂਜੀ ਕਿਸਾਨ ਵੀਰੋ, ਇਸ ਤਰ੍ਹਾਂ ਵੀ ਸਭ ਤੋਂ ਵੱਧ ਆਪਾਂ ਖੇਤੀ ਦੇ ਵਿੱਚ ਯੂਰੀਆ ਖਾਦ ਦੀ ਵਰਤੋਂ ਕਰਦੇ ਹਾਂ ਜੀ, ਜਾਂ ਕਰੋ ਨਾਈਟ੍ਰੋਜਨ ਤੱਤ ਦੀ ਬੂਟੇ ਨੂੰ ਜ਼ਿਆਦਾ ਲੋੜ ਹੁੰਦੀ ਹੈ ਔਰ ਇਹ ਜ਼ਿਆਦਾਤਰ ਆਪਾਂ ਕਿਸਾਨ ਨਾਈਟ੍ਰੋਜਨ ਖਾਦ ਦੀ, ਯੂਰੀਆ ਖਾਦ ਦੀ ਬਹੁਤ ਜ਼ਿਆਦਾ ਫਸਲਾਂ ਨੂੰ ਪਾਉਂਦੇ ਆ। ਅੱਜ ਕੱਲ੍ਹ ਅਸੀਂ ਹਰੇਕ ਫਸਲ ਵਾਸਤੇ ਤਕਰੀਬਨ ਜਿੰਨੇ ਵੀ ਕਿਸਾਨ ਹੈਗੇ ਉਹ ਪੱਤੇ ਦਾ ਰੰਗ ਵੇਖ ਕੇ ਹੀ ਖਾਦ ਪਾਉਂਦੇ ਆ ਜੀ। ਮਤਲਬ ਜਦੋਂ ਉਹਨਾਂ ਨੂੰ ਪੱਤਾ ਪੀਲਾ ਲੱਗਦਾ ਦਿਖਦਾ ਤਾਂ ਉਹ ਯੂਰੀਆ ਖਾਦ ਦੀ ਵਰਤੋਂ ਕਰਦੇ ਆ। ਸੋ ਇਸ ਪੱਤੇ ਰੰਗ ਚਾਰਟ ਦੇ ਨਾਲ ਅਸੀਂ ਕੀਤਾ ਗਾ, ਇਹ ਪੱਤਾ ਰੰਗ ਚਾਰਟ ਅਸੀਂ ਵੱਖਰੇ ਵੱਖਰੇ ਰੰਗਾਂ ਦਾ ਬਣਾਇਆ ਹੋਇਆ ਜੀ। ਇਹਦੇ 'ਚ ਪੀਲੇ ਨਿਸ਼ਾਨ ਤੋਂ ਲੈ ਕੇ ਗੂੜੇ ਹਰੇ
ਨਿਸ਼ਾਨ ਵੱਖਰੇ ਵੱਖਰੇ ਹੈਗੇ ਨੇ। ਹਾਂਜੀ, ਇਹ 'ਚ 4-5 ਤਰ੍ਹਾਂ ਦੀ ਟਿੱਕੀਆਂ ਲੱਗੀਆਂ ਹੋਈਆਂ ਨੇ ਜੀ। ਔਰ ਜਿਹੜੀ ਵੀ ਟਿੱਕੀ ਪੀਲੇ ਰੰਗ ਦੀ ਹੈਗੀ ਖਾਸ ਕਰਕੇ, ਜਦੋਂ ਇੱਧਰ ਪੀਲੇ ਰੰਗ ਤੇ ਆ ਜਾਂਦੀ ਆ ਤਾਂ ਅਸੀਂ ਕਹਿੰਦੇ ਵੀ ਇਹ ਨਾਈਟ੍ਰੋਜਨ ਤੱਤ ਦੀ ਘਾਟ ਬੂਟੇ 'ਚ ਆ ਗਈ ਆ ਜੀ। ਝੋਨੇ ਦੇ ਵਿੱਚ ਅਸੀਂ ਇਹ ਪੱਤਾ ਰੰਗ ਵੀ ਸਿਫਾਰਿਸ਼ ਕੀਤਾ ਆ, ਬਾਸਮਤੀ ਦੇ ਵਿੱਚ ਵੀ ਕੀਤਾ ਹੋਇਆ ਵਾ, ਔਰ ਉਸ ਤੋਂ ਬਾਅਦ ਕਣਕ ਦੇ ਵਿੱਚ ਵੀ ਕੀਤਾ ਹੈ, ਮੱਕੀ 'ਚ ਵੀ ਕੀਤਾ ਆ ਜੀ। ਸੋ ਇਹ 4-5 ਫਸਲਾਂ ਜਿਨ੍ਹਾਂ ਦੀ ਮੇਨ ਮੁੱਖ ਫਸਲਾਂ ਨੇ ਉਹਦੇ 'ਚ ਆਪਾਂ ਪੱਤਾ ਰੰਗ ਚਾਰਟ ਦੀ ਸਿਫਾਰਿਸ਼ ਕੀਤੀ ਹੋਈ ਹੈ ਜੀ। ਹੁਣ ਹਰੇਕ ਫਸਲ ਵਾਸਤੇ ਵੱਖਰਾ ਵੱਖਰਾ ਰੰਗ ਹੁੰਦਾ ਜੀ। ਜਿੱਦਾਂ ਝੋਨੇ ਵਾਸਤੇ ਸਾਡੇ ਕੋਲੇ 4 ਨੰਬਰ ਟਿੱਕੀ ਹੈ, ਮਤਲਬ ਜੇ ਅਸੀਂ 10 ਪੱਤੇ ਖੇਤ ਜਾਵਾਂਗੇ 10 ਪੱਤਿਆਂ ਦਾ ਰੰਗ ਮਿਲਾਵਾਂਗੇ, ਜੇ 10 ਪੱਤਿਆਂ ਦਾ ਰੰਗ ਵਿੱਚ 10 ਪੱਤਿਆਂ ਵਿੱਚੋਂ 6 ਪੱਤਿਆਂ ਦਾ ਰੰਗ ਜੇ ਇਸ 4 ਨੰਬਰ ਟਿੱਕੀ ਨਾਲੋਂ ਹਲਕਾ ਹੋਊਗਾ ਫਿਰ ਅਸੀਂ 25 ਕਿਲੋ ਯੂਰੀਆ ਪਾਉਣ ਦੀ ਸਿਫਾਰਿਸ਼ ਕਰਦੇ ਹਾਂ। ਔਰ ਜੇ ਹੁਣ ਬਾਸਮਤੀ ਆ, ਬਾਸਮਤੀ ਦੇ ਲਈ ਸਾਡੇ ਕੋਲ 3.5 ਨੰਬਰ ਆ ਜੀ। ਟਿੱਕੀ, ਜੀ। ਇਹਦਾ ਮਤਲਬ ਥੋੜਾ ਜਿਹਾ ਹਲਕਾ ਹੈ ਤੋਂ ਜੀ। ਸੋ ਬਾਸਮਤੀ ਵਾਸਤੇ ਸਾਡੀ ਸਿਫਾਰਿਸ਼ ਇਹ ਆ ਵੀ ਜੇ 3.5 ਨੰਬਰ ਟਿੱਕੀ ਤੋਂ ਮਤਲਬ ਪਤਲਾ ਰੰਗ ਹੈਗਾ ਪੀਲਾ ਵਾ ਜ਼ਿਆਦਾ ਜੀ, ਫਿਰ ਅਸੀਂ ਉਦੋਂ ਸਿਫਾਰਿਸ਼ ਕਰਦੇ ਹਾਂ ਖਾਦ ਦੀ 8-9 ਕਿਲੋ ਖਾਦ ਪਾਉਣੀ ਹੈ ਜੀ। ਹੁਣ ਇਹ ਤਾਂ ਸੀ ਕਿ ਵੀ ਰੰਗ ਦੇਖ ਕੇ ਆਪਾਂ ਕਿਵੇਂ ਪਾ ਸਕਦੇ ਹਾਂ। ਇਹ ਪੱਤਾ ਰੰਗ ਚਾਰਟ ਜਿਹੜਾ ਹੈਗਾ ਜੀ, 2 ਤਰ੍ਹਾਂ ਮਤਲਬ ਤੁਹਾਨੂੰ ਫਾਇਦਾ ਦਿੰਦਾ ਜੀ। ਜੇ ਕਿਸੇ ਫਸਲ ਦੇ ਵਿੱਚ ਰੂੜੀ ਪਾਈ ਹੋਈ ਆ, ਹਰੀ ਖਾਦ ਕੀਤੀ ਹੋਈ ਆ, ਮਤਲਬ ਉਹ ਇਹ ਦੱਸ ਦਿੰਦਾ ਵੀ ਹੁਣ ਖਾਦ ਦੀ ਲੋੜ ਨਹੀਂ ਹੈਗੀ। ਜਦੋਂ ਹੁਣ ਫਸਲ ਪੀਣੀ ਪੈਣ ਲੱਗਦੀ ਆ ਉਹ ਤੁਸੀਂ ਜਾ ਕੇ ਖੇਤ ਚੈੱਕ ਕਰ ਲੈਣਾ, ਜੇ 10 ਪੱਤਿਆਂ ਦੇ ਵਿੱਚੋਂ 6 ਪੱਤਿਆਂ ਦਾ ਰੰਗ ਜਦੋਂ ਪੀਲਾ ਹੈਗਾ ਫਿਰ ਆਪਾਂ ਖਾਦ ਪਾਉਣੀ ਹੈ ਜੀ। ਬੜਾ ਵਧੀਆ ਸਾਧਨ ਆ, ਇਹਦੇ ਨਾਲ ਆਪਾਂ ਖਾਦ ਦੀ ਬਚਤ ਕਰ ਸਕਦੇ ਹਾਂ ਔਰ ਖਾਦ ਬਚਾ ਸਕਦੇ ਹਾਂ। ਔਰ ਹੁਣ ਮੈਂ ਗੱਲ ਕਰੂੰਗਾ ਇਕੱਲੇ ਝੋਨੇ ਦੀ ਤੇ ਬਾਸਮਤੀ ਦੀ ਜੀ। ਝੋਨੇ ਦੇ ਵਿੱਚ ਅਸੀਂ ਕਹਿੰਦੇ ਸਿਫਾਰਿਸ਼ ਕਰਦੇ ਹਾਂ ਆਮ ਵੀ ਤੁਸੀਂ 14 ਦਿਨ ਤੋਂ ਬਾਅਦ ਫਿਰ ਇਹ ਪੱਤੇ ਦਾ ਰੰਗ ਬਣਾਉਣਾ ਸ਼ੁਰੂ ਕਰਦੇ ਹਾਂ ਜੀ। ਤੇ ਤਕਰੀਬਨ ਹਫ਼ਤੇ ਫਰਕ ਨਾਲ ਮਿਲਾਈ ਜਾਂਦੇ ਆ ਜੀ। ਔਰ 25 ਜੇ 6 ਪੱਤਿਆਂ ਦਾ ਰੰਗ ਪੀੜਾ ਹੋਵੇ ਤਾਂ ਫਿਰ 25 ਕਿਲੋ ਖਾਦ ਪਾਈ ਜਾਂਦੇ ਆ ਜੀ। ਤੇ ਝੋਨੇ ਦੇ ਨਿਸਰਨ ਤੱਕ ਆਪਾਂ ਪਾਉਣਾ, ਇਹ ਦੇਖ ਚੈੱਕ ਕਰਨਾ। ਜੇ ਨਿਸਰਨ ਤੋਂ ਬਾਅਦ ਨਹੀਂ ਖਾਦ ਪਾਉਣੀ ਕਿਉਂਕਿ ਉਹਦੇ ਦਾਣੇ ਫੂਕੇ ਰਹਿ ਜਾਂਦੇ ਆ ਜੀ। ਜੀ। ਔਰ ਦਾਣੇ ਫੂਕਿਆਂ ਦੀ ਗੱਲ ਮੈਂ ਨਾਲ ਹੀ ਕਰਦੇ ਆ ਇੱਥੇ ਹੁਣ ਜੀ, ਬਿਲਕੁਲ। ਪਿਛਲੇ ਸਾਲਾਂ ਦੇ ਵਿੱਚ ਕਾਫੀ ਝਾੜ ਝੋਨੇ ਦਾ ਘਟਿਆ ਵੀ ਦਾਣੇ ਫੂਕੇ ਰਹਿਣ ਕਰਕੇ ਜੀ। ਅਸੀਂ ਇੱਕ ਨਵੀਂ ਸਿਫਾਰਿਸ਼ ਕੀਤੀ ਆ ਵੀ 1.5% ਜੀ। ਪੋਟਾਸ਼ੀਅਮ ਨਾਈਟ੍ਰੇਟ ਆਪਾਂ ਸਪਰੇਅ ਕਰਨਾ ਜਦੋਂ ਫਸਲ ਨਿਸਰਨ ਲੱਗਦੇ ਝੋਨੇ ਵਾਲੀ, ਤਾਂ ਉਹਦੇ ਨਾਲ ਜਿਹੜੇ ਦਾਣੇ ਫੂਕੇ ਬਹੁਤ ਘੱਟ ਨਿਕਲਦੇ ਆ, ਉਹ ਸਾਡਾ ਝਾੜ ਦਾ ਫਾਇਦਾ ਹੁੰਦਾ। ਔਰ ਜਿਹੜੀ ਬਾਸਮਤੀ ਆ ਜੀ, ਬਾਸਮਤੀ ਵਾਸਤੇ ਨਾ ਸਾਡੇ ਕਿਸਮਾਂ ਅਨੁਸਾਰ ਵੱਖਰੀ ਵੱਖਰੀ ਖਾਦ ਆ। ਤਕਰੀਬਨ ਜਿਹੜੀਆਂ ਪੁਰਾਣੀਆਂ ਕਿਸਮਾਂ ਸੀਗੀਆਂ 370 ਵਗੈਰਾ ਜਾਂ ਜਿਹੜੇ ਦਿਨ ਮੰਨ ਲਓ ਕਿਸੇ ਦੀਆਂ ਸੈਂਸਿਟਿਵ ਸੀਗੀਆਂ ਉਹਦੇ 18 ਕਿਲੋ ਅਸੀਂ ਯੂਰੀਆ ਦੀ ਸਿਫਾਰਿਸ਼ ਕੀਤੀ ਹੋਈ ਆ। ਔਰ ਜਿਹੜੀ ਇਹ ਤੋਂ ਬਿਨਾਂ ਹੋਰ 11-21 ਆ ਜੀ, ਉਹਦੇ 'ਚ ਅਸੀਂ 36 ਕਿਲੋ ਯੂਰੀਆ ਦੀ ਸਿਫਾਰਿਸ਼ ਕੀਤੀ ਜੀ। ਹੈ। ਜਿਹੜੀ 1509 ਹੈਗੀ ਆ ਜ਼ਿਆਦਾ ਫਾਰਮਰ ਲਾਉਂਦੇ ਆ, ਇਹਦੇ 'ਚ ਅਸੀਂ ਤਕਰੀਬਨ 54 ਕਿਲੋ ਯੂਰੀਆ ਦੀ ਸਿਫਾਰਿਸ਼ ਕੀਤੀ ਹੋਈ ਹੈ ਜੀ। ਕਿਸਾਨਾਂ ਨੂੰ ਇਹ ਕਹਿੰਦੇ ਆ ਵੀ ਵੱਧ ਨਾ ਖਾਦ ਪਾਓ, ਲੋੜ ਅਨੁਸਾਰ ਪਾਓ। ਫਿਰ ਪੱਤਾ ਰੰਗ ਲੋੜ ਅਨੁਸਾਰ ਹੀ ਪਾਉਂਦਾ ਵਾ, ਜੇ ਲੋੜ ਹੈਗੀ ਤਾਂ ਪਾ ਦੋ, ਨਹੀਂ ਨਾ। ਤਕਰੀਬਨ ਅੱਛਾ ਇੱਕ ਹੋਰ ਨਾਲ ਹੀ ਹੈ, ਇੱਕ ਸਿੱਧੀ ਬਿਜਾਈ ਵਾਲਾ ਝੋਨਾ ਵੀ ਅੱਜ ਕੱਲ੍ਹ ਆ ਰਿਹਾ ਜੀ। ਇੱਕ ਸਿੱਧੀ ਬਿਜਾਈ ਬਾਸਮਤੀ ਵੀ ਆ ਰਹੀ ਨਾਲ ਜੀ। ਹੁਣ ਜਿਹੜੇ ਕਿਸਾਨਾਂ ਨੇ ਸਿੱਧੀ ਬਿਜਾਈ ਕੀਤੀ ਹੋਈ ਆ, ਪਾਰਟੀਕੂਲਰਲੀ ਝੋਨਾ ਕੀਤਾ ਹੋਇਆ, ਉਹਦੇ 'ਚ ਥੋੜ੍ਹੀ ਜਿਹੀ ਖਾਦ 1 ਕੁਆਂਟਲ 30 ਕਿਲੋ ਯੂਰੀਆ ਦੀ ਸਿਫਾਰਿਸ਼ ਕੀਤੀ ਹੈ। ਖਾਦ ਥੋੜ੍ਹੀ ਜਿਹੀ ਵੱਧ ਪੈਂਦੀ ਹੈ ਉਹ 'ਚ, ਔਰ ਉਹ ਤੁਸੀਂ ਖਿਆਲ ਰੱਖਣਾ ਵਾ। ਉਹਦੇ 'ਚ ਵੀ ਤੁਸੀਂ ਮਤਲਬ ਕਿ ਜਿਹੜੀਆਂ ਖਾਦਾਂ ਖੜੀਆਂ ਨੇ ਜੀ, ਮਤਲਬ ਲੋੜ ਤੋਂ ਵੱਧ ਨਹੀਂ ਪਾਉਣੀਆਂ ਜੀ, ਬਿਲਕੁਲ। ਕਿਉਂਕਿ ਪਾਣੀ ਘੱਟ ਹੁੰਦਾ, ਇਸ ਕਰਕੇ ਥੋੜ੍ਹੀ ਜਿਹੀ ਖਾਦ ਯੂਰੀਆ ਵੱਧ ਪੈਂਦੀ ਹੈ ਉਹ 'ਚ। ਔਰ ਬਾਸਮਤੀ ਦੇ ਵਿੱਚ ਵੀ ਆਪਣੀ ਸਿਫਾਰਿਸ਼ ਹੈਗੀ ਆ, ਉਹ ਹੈਗੀ ਆ 3 ਹਫ਼ਤੇ 9 ਹਫ਼ਤੇ 3 ਹਫ਼ਤੇ 6 ਹਫ਼ਤੇ ਤੇ 9 ਹਫ਼ਤੇ, ਮਤਲਬ ਇਹਨਾਂ ਦੇ ਦਿਨਾਂ ਦੇ ਵਿੱਚ 54 ਕਿਲੋ ਯੂਰੀਆ ਦੀ ਸਿਫਾਰਿਸ਼ ਕੀਤੀ ਹੈ 3 ਟਾਈਮ, ਮਤਲਬ ਕਿ ਜੀ 54 ਕਿਲੋ ਯੂਰੀਆ ਨੂੰ 3 ਕਿਸ਼ਤਾਂ 'ਚ ਵੰਡ ਲੈਣਾ ਆਪਾਂ ਜੀ। ਸਿਫਾਰਿਸ਼ ਆਪਣੀ ਵੈਰਾਈਟੀ ਹੈਗੀ 1509 ਤੇ 1121 ਜੀ। ਇਹ ਤੁਸੀਂ ਬੀਜ ਸਕਦੇ ਹੋ, ਮਤਲਬ ਕਿ ਜਿਹੜੀਆਂ ਜਿਨ੍ਹਾਂ ਲੋਕਾਂ ਨੇ ਬੀਜੀਆਂ ਹੋਈਆਂ ਨੇ, ਔਰ ਉਹਨਾਂ ਨੂੰ ਇਹ ਧਿਆਨ ਰੱਖਣ ਦੀ ਲੋੜ ਹੈਗੀ ਆ ਬਈ ਤੀਜੇ ਹਫ਼ਤੇ 6ਵੇਂ ਹਫ਼ਤੇ ਤੇ 9ਵੇਂ ਹਫ਼ਤੇ ਬਿਜਾਈ ਤੋਂ ਬਾਅਦ ਆਪਾਂ ਯੂਰੀਆ ਇਹ ਪਾਉਣਾ ਹੈਗਾ। ਟੋਟਲ 18 ਤੇ 54 18 ਕਿਲੋ ਦੀ 3 ਕਿਸ਼ਤਾਂ ਹੋ ਜਾਣਗੀਆਂ ਜੀ ਏਕੜ ਦੀਆਂ, ਠੀਕ ਆ। ਸੋ ਇਹ ਤੋਂ ਬਿਨਾਂ ਇੱਕ ਮੈਂ ਹੋਰ ਚੱਲਦੇ ਸਵਾਲ ਸੀਗਾ ਆਮ ਜ਼ਿਮੀਂਦਾਰ ਕਰਦੇ ਆ, ਜਿਵੇਂ ਅੱਜ ਕੱਲ੍ਹ ਬਾਗ ਲਾਉਣ ਲੱਗੇ ਆ ਬੰਦੇ, ਜਿਹੜੇ ਬੰਦੇ ਬਾਗ ਲਾਉਣ ਵਾਲੇ ਖਾਸ ਕਰਕੇ ਇਹਨਾਂ ਦਿਨਾਂ 'ਚ, ਉਹਨਾਂ ਨੂੰ ਮੈਂ ਇਹ ਗੱਲ ਕਹਿੰਦਾ ਵੀ ਬਾਗ ਲਾਉਣ ਤੋਂ ਪਹਿਲਾਂ ਮਿੱਟੀ ਟੈਸਟ ਜ਼ਰੂਰ ਕਰਾਓ ਆਪਣੀ ਜੀ। ਔਰ ਜਿਹੜੀ ਬਾਗ ਲਾਉਣ ਤੋਂ ਪਹਿਲਾਂ ਮਿੱਟੀ ਟੈਸਟ ਕਰਵਾਉਣੀ ਹੈ ਨਾ, ਉਹ ਆਪਣੀ ਤਕਰੀਬਨ 5 ਫੁੱਟ ਤੱਕ ਟੋਆ ਪੱਟ ਲਓ, ਜਾਂ ਕਿਸੇ ਜਿੱਥੇ ਬਾਗ ਲਾਉਣਾ ਆਪਾਂ ਉੱਥੇ ਖਿਆਲ ਰੱਖਣਾ ਵੀ ਫੁੱਟ ਦੇ ਸੈਂਪਲ ਲੈਣੇ ਆਪਾਂ, 0 ਤੋਂ 15 15 ਤੋਂ 30 ਸੈਂਟੀਮੀਟਰ, ਉਹ ਤੋਂ ਬਾਅਦ ਫਿਰ 30 ਤੋਂ 60
ਇਹ 30 ਤੋਂ ਮਤਲਬ ਕਿ 60 90 ਇੱਦਾਂ ਸਾਰੇ ਸੈਂਪਲ 120 ਸੈਂਟੀਮੀਟਰ 150 ਸੈਂਟੀਮੀਟਰ ਫਿਰ 2 ਸੈਂਟੀਮੀਟਰ ਮਤਲਬ ਇਹ ਸੈਂਪਲ ਤੁਸੀਂ ਅੱਡ ਤਹਾਂ ਤੋਂ ਲੈ ਕੇ ਉਹ ਪਹਿਲਾਂ ਚੈੱਕ ਕਰਾਉਣੇ ਆ ਸੋਇਲ ਟੈਸਟਿੰਗ ਲੈਬ ਦੇ ਵਿੱਚ ਔਰ ਉੱਥੋਂ ਤੁਹਾਨੂੰ ਪਤਾ ਲੱਗ ਜੂ ਵੀ ਮਿੱਟੀ ਦੇ ਆਪਾਂ ਬਾਗ ਲਾ ਸਕਦੇ ਕਿ ਨਹੀਂ ਲਾ ਸਕਦੇ ਕਿਉਂਕਿ ਇੱਕ ਵਾਰ ਬਾਗ ਲੱਗ ਗਿਆ ਇਹ ਬੜਾ ਔਖਾ ਪਹਿਲਾਂ ਹੀ ਬਾਗ ਲਾਉਣ ਤੋਂ ਪਹਿਲਾਂ ਤੁਸੀਂ ਮਿੱਟੀ ਟੈਸਟ ਕਰਾਉਣੀ ਆ ਇਹ ਔਰ ਇੱਕ ਖਿਆਲ ਰੱਖਣਾ ਜਿੱਥੇ ਜ਼ਮੀਨ 'ਚ ਰੋਡ ਹੈਗੇ ਆ ਉੱਥੇ ਖਾਸ ਕਰਕੇ ਜਿਹੜੀ ਜ਼ਮੀਨ 'ਚ ਰੋਡ ਆ ਗਏ ਨਾ ਜੀ 2-3 ਫੁੱਟ ਦੇ ਵਿੱਚ ਰੋਡ ਆ ਗਏ ਆ ਉੱਥੇ ਸਿਟਰਸ ਨਹੀਂ ਲੱਗ ਸਕਦਾ ਮਤਲਬ ਕਿੰਨਾ ਦਾ ਬਾਗ ਲੱਗਣਾ ਨਹੀਂ ਹੈਗਾ ਜੀ ਸੋ ਇਸ ਕਰਕੇ ਪਹਿਲਾਂ ਤੁਸੀਂ ਇਹ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਜੇ ਕਿਸੇ ਬੰਦੇ ਦਾ ਅੱਜ ਕੱਲ੍ਹ ਬਾਗ ਲਾਉਣ ਦਾ ਵਿਚਾਰ ਹੈਗਾ ਤਾਂ ਤੁਸੀਂ ਸਾਡੇ ਨੇੜੇ ਦੇ ਖੇਤੀਬਾੜੀ ਮਾਹਰ ਨੂੰ ਮਿਲ ਲਓ ਜਾਂ ਆਪਣੀ ਮਿੱਟੀ ਜ਼ਰੂਰ ਟੈਸਟ ਕਰਾਓ ਜੀ ਸਾਡੀ ਸੋਇਲ ਟੈਸਟਿੰਗ ਲੈਬ PAU ਦੀ ਹੈਗੀ ਆ ਇਹਨਾਂ ਤੋਂ ਕਰਾ ਲਓ ਕ੍ਰਿਸ਼ੀ ਵਿਗਿਆਨ ਕੇਂਦਰ ਹੈਗੇ ਆਪਾਂ ਉਹਨਾਂ ਤੋਂ ਕਰਾ ਲਓ ਮਤਲਬ ਬਾਗ ਲਾਉਣ ਤੋਂ ਪਹਿਲਾਂ ਮਿੱਟੀ ਟੈਸਟ ਜ਼ਰੂਰ ਕਰਾਓ ਔਰ ਇਹ ਮੇਰੀਆਂ 5-7 ਗੁਜ਼ਾਰਿਸ਼ਾਂ ਸੀਗੀਆਂ ਕਿਸਾਨ ਭਰਾਵਾਂ ਨੂੰ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਬੜੀ ਮੁੱਲੀ ਜਾਣਕਾਰੀ ਹੈ ਵੀ ਕਿਸੇ ਵੀ ਚੰਗੇ ਬਾਗਬਾਨ ਦੇ ਲਈ ਜਾਂ ਨਵਾਂ ਤੁਸੀਂ ਬਾਗ ਲਾਉਣਾ ਵਾ ਉਸ ਤੋਂ ਪਹਿਲਾਂ ਮਿੱਟੀ ਪਰਖ ਕਰਾਉਣੀ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਵੀ ਆਪਾਂ ਜੇ ਗੱਲ ਕਰੀਏ ਮਿੱਟੀ ਪਰਖ ਕਰਾਉਣਾ ਜੋ ਹੋਰ ਫਸਲਾਂ ਦੇ ਲਈ ਉਹ ਵੀ ਬਹੁਤ ਜ਼ਰੂਰੀ ਹੈ ਡਾਕਟਰ ਸਾਹਿਬ ਨੇ ਜੋ ਇੱਕ ਛੋਟਾ ਜਿਹਾ ਸਾਡੇ ਨਾਲ ਯੰਤਰ ਸਾਂਝਾ ਕੀਤਾ ਪੱਤਾ ਰੰਗ ਚਾਰਟ ਬਹੁਤ ਬਖੂਬੀ ਯੰਤਰ ਹੈ ਮੈਨੂੰ ਤਾਂ ਇੱਦਾਂ ਲੱਗਦਾ ਵੀ ਵੱਖ-ਵੱਖ ਫਸਲਾਂ ਦੇ ਲਈ ਇਹ ਯੰਤਰ ਯੂਨੀਵਰਸਿਟੀ ਨੇ ਸਿਫਾਰਿਸ਼ ਕੀਤਾ ਇਹ ਹਰ ਕਿਸਾਨ ਦੀ ਜੇਬ ਦੇ ਵਿੱਚ ਹੋਣਾ ਚਾਹੀਦਾ ਤਾਂ ਜੋ ਅਸੀਂ ਖਾਦਾਂ ਦੀ ਸੁਚੱਜੀ ਵਰਤੋਂ ਕਰ ਸਕੀਏ ਇੱਕ ਪਾਸੇ ਜੇ ਖਾਦਾਂ ਦੀ ਸੁਚੱਜੀ ਵਰਤੋਂ ਕਰੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਅਸੀਂ ਬਚਾ ਸਕਦੇ ਹਾਂ ਆਰਥਿਕ ਪੱਖੋਂ ਆਪਣਾ ਜੋ ਖੋਰਾ ਲੱਗ ਰਿਹਾ ਆਪਾਂ ਜੋ ਉਸ ਪਾਸੇ ਵੀ ਨੀਵੇਂ ਹੋ ਰਹੇ ਆ ਉਸ ਪਾਸੇ ਬਚ ਸਕਦੇ ਆ ਫਿਰ ਪਾਣੀ ਜੋ ਦੂਸ਼ਿਤ ਹੋ ਰਿਹਾ ਇਹ ਜਦੋਂ ਜ਼ਿਆਦਾ ਅਸੀਂ ਖਾਦਾਂ ਦੀ ਵਰਤੋਂ ਕਰਦੇ ਆ ਉਸ ਨੂੰ ਅਸੀਂ ਘਟਾ ਸਕਦੇ ਹਾਂ ਸਿਰਫ ਕਿਸੇ ਦੇ ਨਾਲ ਇਹ ਛੋਟੇ ਜਿਹੇ ਯੰਤਰ ਦੇ ਨਾਲ ਧੰਨਵਾਦ ਡਾਕਟਰ ਸਾਹਿਬ ਕਿਸਾਨ ਵੀਰੋ ਜਿਵੇਂ ਅੱਜ ਕੱਲ੍ਹ ਜੁਲਾਈ ਅਗਸਤ ਦਾ ਮੌਸਮ ਹੈ ਤੇ ਮੌਸਮ ਦੀ ਚੇਤਾਵਨੀ ਉਹਦੀ ਐਡਵਾਈਜ਼ਰੀ ਸਾਡੇ ਕੋਲ ਜੇ ਸਮੇਂ ਸਿਰ ਪਹੁੰਚ ਜਾਂਦੀ ਹੈ ਉਹ ਬਹੁਤ ਜ਼ਰੂਰੀ ਹੈ ਜੇ ਉਹ ਚੇਤਾਵਨੀ ਸਮੇਂ ਸਿਰ ਪਹੁੰਚਦੀ ਹੈ ਤਾਂ ਉਹਦੇ ਅਕੋਰਡਿੰਗਲੀ ਉਸ ਅਨੁਸਾਰ ਅਸੀਂ ਆਪਣੀਆਂ ਗਤੀਵਿਧੀਆਂ ਖੇਤੀ ਦੀਆਂ ਜੋ ਆਪਣੀਆਂ ਗਤੀਵਿਧੀਆਂ ਹੁੰਦੀਆਂ ਉਹਨਾਂ ਨੂੰ ਉਲੀਕ ਸਕਦੇ ਹਾਂ ਤੇ ਇਸੇ ਬਾਬਤ ਸਾਡੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਲਈ ਮੌਸਮ ਵਿਗਿਆਨੀ ਡਾਕਟਰ ਕੇ ਗਿੱਲ ਸਾਡੇ ਕੋਲ ਆਏ ਨੇ ਤੇ ਫੇਸਬੁੱਕ ਮਾਰਫਤ ਤੁਹਾਡੇ ਨਾਲ ਅਸੀਂ ਉਹਨਾਂ ਦੀ ਜਾਣ ਪਛਾਣ ਕਰ ਰਹੇ ਜਿਹੜੇ ਮੈਡਮ ਤੁਸੀਂ ਮੌਸਮ ਨੂੰ ਧਿਆਨ 'ਚ ਰੱਖਦੇ ਆ ਸਾਡੇ ਕਿਸਾਨ ਵੀਰਾਂ ਨੂੰ ਇਹ ਦੱਸੋ ਕਿਸ ਤਰ੍ਹਾਂ ਦੀਆਂ ਭਵਿੱਖ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜੇ ਗੱਲ ਕਰੀਏ ਤਾਂ ਉਹ ਮੌਸਮ ਤਬਦੀਲੀ ਲੈ ਸਕਦਾ ਹੈ ਜਾਂ ਤਬਦੀਲੀ ਆ ਰਹੀ ਹੈ ਜਾਂ ਕਿਸ ਤਰ੍ਹਾਂ ਆਪਣੀਆਂ ਉਹ ਜਿਹੜੀਆਂ ਕਾਰ ਵਿਹਾਰ ਉਹ ਵੀ ਆਉਂਦੇ ਜੀ ਹਾਂਜੀ ਡਾਕਟਰ ਸਾਹਿਬ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਮੌਨਸੂਨ ਦਾ ਸੀਜ਼ਨ ਪੰਜਾਬ ਦੇ ਵਿੱਚ ਹੁੰਦਾ ਮੋਸਟਲੀ ਜੂਨ ਤੋਂ ਲੈ ਕੇ ਸੈਪਟੰਬਰ ਤੱਕ ਹੁੰਦਾ ਹੈ ਸੋ 15 ਸੈਪਟੰਬਰ ਨੂੰ ਆਲਮੋਸਟ ਜਿਹੜੀ ਇਹਦੀ ਵਿਡਰਾਲ ਹੋ ਜਾਂਦੀ ਹੈ ਪਰ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਜੁਲਾਈ ਦਾ ਮੰਥ ਹੈਗਾ ਇਹ ਸਭ ਤੋਂ ਜ਼ਿਆਦਾ ਵੈਟੈਸਟ ਹੁੰਦਾ ਹੈ ਸਭ ਤੋਂ ਜਿਹੜੀ ਮਤਲਬ ਮੌਨਸੂਨ ਦੀ ਰੇਨਫਾਲ ਹੈਗੀ ਹੈ ਜੁਲਾਈ ਦੇ ਵਿੱਚ ਹੀ ਜਿਹੜੀ ਹੈ ਸਭ ਤੋਂ ਹਾਈਐਸਟ ਹੁੰਦੀ ਹੈ तो इस बारी भी जो आप गल करते हैं तो हुण तक साडे कोल जिहड़ी लुधियाने की बारिश है 188 मिलीमीटर तक हो गई है जिहड़ी कि 216 असीं नॉर्मल कंसीडर करते हैं सो काफ़ी हद तक असीं मतलब जिवें हाले कि फर्स्ट फोर्टनाइट दे विच काफ़ी जिहड़ी रेनफॉल रिकॉर्ड हो गई हुई है तो जे आपां पूरे पंजाब की गल करिए तो 137 मिलीमीटर जिहड़ी बारिश असीं रिकॉर्ड की है हालांकि 123 मिलीमीटर जिहड़ी नॉर्मल है सो इत्थे भी असीं काफ़ी अच्छी पोजीशन दे विच है कि 12% साडे कोल अबव नॉर्मल रेनफॉल हो गई है ठीक कहने का मतलब भी हाँ जो असी गल करिए एक नॉर्मल जो मानसून या वर्खा की गल करते हैं तो 12% अपने कोलों वध वर्खा इस समय तक आपको प्राप्त हुई है हाँ जी ठीक है जी जी मैडम सो ये जिस तरह की थोड़ी जी पिछे कारगुजारी रही है उहदे पर जे आपां लेटेस्ट की गल करिए तो साडे कोल सिर्फ 3-4 जिले है जिहड़े कि हाले डेफिसिट चल रहे हैं जिवें कि अमृतसर है तरनतारन है फिरोजपुर मानसा जलंधर हुशियारपुर बाकी जिहड़े अपने जिवें 22 जिले इदू छड्ड के जिहड़े जिले ने उन्हां ते काफ़ी अच्छी नॉर्मल या एक्सैस रेनफॉल हो चुकी है सो असीं हुण तक काफ़ी अच्छी कंडीशन दे विच है जिहड़ी मॉनसून की कारगुजारी हैगी है पंजाब दे रिलेटेड ते बाकी जे आपां आउण वाले टाइम की गल करिए तां भी साडे कोल जिस तरह कि 15-16 तो बाद फिर अच्छी मॉनसून का एक इवेंट आने के चांसिस ने जिस तरह आप 18 तो 25 वाली साडे कोल एक्सटेंडेड फोरकास्ट आई हुई है उहदे विच भी सानू काफ़ी हद तक चांसिस ने कि असीं नॉर्मल कंडीशनस ही रवांगे मैडम गिल बहुत वधिया जानकारी तुसीं सांझी कीती भी है ਵੱਖ-ਵੱਖ ਜ਼ਿਲ੍ਹਿਆਂ ਦੇ ਅਨੁਸਾਰ ਤੁਸੀਂ ਦੱਸ ਰਹੇ ਹੋ
बड़े किसान वीरां नूं ईवन मैनूं भी जगियासा इस चीज़ की, जे असीं दूजे ਜ਼ਿਲ੍ਹਿਆਂ ਦੀ ਗੱਲ ਕਰਦੇ हैं कि उन्हां दा डाटा की उन्हां दी ऑब्जरवेटरी तुहाडे कोल इत्थे कोई डाटा भेजदी है जिस दे अनुकूल जिस दे अनुसार तुसीं ਇਹ ਭਵਿੱਖਬਾਣੀ कर सकदे ਜਾਂ एडवाइजरी ਅੱਗੇ ਉਹਨਾਂ ਨੂੰ ਵਾਪਸ ਪਾਸ ਕਰ ਇਦਾਂ ਦਾ ਕੋਈ ਉਹ ਜੋ ਸਿਸਟਮ ਉਹ ਮਾੜਾ ਜਿਹਾ ਉਹ ਦੱਸਿਓ ਸਿਸਟਮ ਕੀ ਹੈ। ਡਾਕਟਰ ਸਾਹਿਬ ਇਹਦੇ ਵਿੱਚ ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜੀ ਸਾਡੇ ਕੋਲ ਨੈਸ਼ਨਲ ਲੈਵਲ ਤੇ ਨੋਡਲ ਏਜੰਸੀ ਹੈ ਜੀ, ਉਹ ਸਿਰਫ ਇੱਕੋ ਇੱਕ ਮਤਲਬ ਪੂਰੇ ਭਾਰਤ ਦੇ ਵਿੱਚ ਨੋਡਲ ਏਜੰਸੀ ਹੈਗੀ ਆ ਇੰਡੀਆ ਮੈਟਰੋਲੋਜੀਕਲ ਡਿਪਾਰਟਮੈਂਟ, ਜਿਹਨੂੰ ਕਿ ਆਪਾਂ ਕਹਿੰਦੇ ਆ ਭਾਰਤ ਮੌਸਮ ਵਿਗਿਆਨ ਵਿਭਾਗ। ਸੋ ਉੱਥੋਂ ਹੀ ਜਿਹੜੀ ਸਾਰੇ ਹੀ ਦੇਸ਼ ਨੂੰ ਜਿਹੜੀ ਫੋਰਕਾਸਟ ਹੈ ਜਾਂ ਜਿਹੜਾ ਵੀ ਮਤਲਬ ਇਹਦੇ ਨਾਲ ਰਿਲੇਟਡ ਹੈਗੀਆਂ ਨੇ ਡਾਟਾ ਆ ਜਾਂ ਮੌਸਮ ਦੇ ਨਾਲ, ਉਹ ਉੱਥੇ ਇਕੱਠਾ ਹੁੰਦਾ ਹੈ। ਸੋ ਸਾਡੇ ਕੋਲ ਹਰ ਜ਼ਿਲ੍ਹੇ ਦੇ ਵਿੱਚ ਆਬਜ਼ਰਵੇਟਰੀ ਹੈਗੀ ਹੈ, ਜਿੱਥੇ ਆਬਜ਼ਰਵੇਟਰੀ ਨਹੀਂ ਹੈ ਉੱਥੇ ਆਟੋਮੈਟਿਕ ਵੈਦਰ ਸਟੇਸ਼ਨਸ ਨੇ। ਸੋ ਸਾਡਾ ਪੂਰਾ ਜਿਹੜਾ ਨੈਟਵਰਕ ਹੈ ਉਹਦਾ ਜਿਹੜਾ ਡਾਟਾ ਹੈ ਉਹ IMD ਕੋਲ ਜਾਂਦਾ ਹੈ। ਸੋ ਕਿਉਂਕਿ ਇਹਦੇ ਲਈ ਬਹੁਤ ਜ਼ਿਆਦਾ ਹਿਊਜ ਨੈਟਵਰਕ ਦੀ ਲੋੜ ਹੈ, ਇਹਦੇ ਲਈ ਸੁਪਰ ਕੰਪਿਊਟਰਸ ਦੀ ਲੋੜ ਹੈ। ਸੋ ਹਰ ਆਪਾਂ ਜਿਹੜਾ ਸੈਂਟਰ ਦੇ ਉੱਤੇ ਉਹ ਇੰਨਾ ਐਸਟੈਬਲਿਸ਼ ਨਹੀਂ ਕਰ ਸਕਦੇ, ਬਟ ਜਿਹੜਾ ਯੂਨੀਵਰਸਿਟੀ ਜਿਹੜਾ IMD ਕਰ ਰਹੀ ਹੈ ਉਹ ਸਾਰੇ ਦੇਸ਼ ਨੂੰ ਉੱਥੋਂ ਸਾਨੂੰ ਦਿੰਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਸਟੇਟ ਮੈਟਰੋਲੋਜੀਕਲ ਸੈਂਟਰ ਬਣਾ ਰੱਖੇ ਨੇ, ਜਿਸ ਤਰ੍ਹਾਂ ਕਿ ਸਾਡੇ ਕੋਲ ਪੰਜਾਬ ਤੇ ਹਰਿਆਣਾ ਦਾ ਸਟੇਟ ਮੈਟਰੋਲੋਜੀਕਲ ਸੈਂਟਰ ਹੈਗਾ ਚੰਡੀਗੜ੍ਹ। ਸੋ ਚੰਡੀਗੜ੍ਹ ਜਿਹੜਾ ਉਹ ਪੰਜਾਬ ਤੇ ਹਰਿਆਣਾ ਨੂੰ ਕਵਰ ਕਰ ਰਿਹਾ ਹੈ। ਸੋ ਜਿਹੜੀ ਪੰਜਾਬ ਨੂੰ ਲੇਟੈਸਟ ਇਨਫੋਰਮੇਸ਼ਨ ਆਉਂਦੀ ਹੈ ਉਹ ਚੰਡੀਗੜ੍ਹ ਤੋਂ ਹੀ ਸਾਨੂੰ ਮਿਲਦੀ ਹੈ। ਸੋ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਹਰ ਟਿਊਜ਼ਡੇ ਤੇ ਫਰਾਈਡੇ ਫੋਰਕਾਸਟ ਜਿਹੜੀ ਹੈ ਰਿਲੀਜ਼ ਕੀਤੀ ਜਾਂਦੀ ਹੈ। ਉਹਦੇ ਵਿੱਚ ਆਪਾਂ ਪਿਛਲੇ ਦਿਨਾਂ ਦਾ ਜਿਹੜਾ ਡਾਟਾ ਜਿਹੜਾ ਸਾਡੇ ਕੋਲ ਇੱਥੇ ਯੂਨੀਵਰਸਿਟੀ ਵੱਲੋਂ ਜਨਰੇਟ ਹੁੰਦਾ ਹੈ PAU ਵੱਲੋਂ, ਉਹ ਆਪਾਂ ਉਹਨਾਂ ਨੂੰ ਭੇਜਦੇ ਹਾਂ। ਉਹਦੇ ਬੇਸ ਤੇ ਜਿਹੜੇ ਸੁਪਰ ਕੰਪਿਊਟਰਸ ਨੇ ਜਾਂ ਜਿਹੜੇ ਮਾਡਲਸ ਡਿਵੈਲਪ ਹੁੰਦੇ ਨੇ, ਜਿਹੜੀਆਂ ਇਕੁਏਸ਼ਨਸ ਬਣਦੀਆਂ ਨੇ, ਉਹਦੇ ਬੇਸਿਸ ਤੇ ਸਾਨੂੰ ਫੋਰਕਾਸਟ ਆਉਂਦੀ ਹੈ। ਸੋ ਪੂਰੇ ਇੰਡੀਆ ਦੇ ਵਿੱਚ ਜਿਹੜੀ ਫੋਰਕਾਸਟ ਹੈਗੀ ਆ ਉਹ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ। ਬਟ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਪਟਿਆਲੇ ਸਾਡੇ ਕੋਲ ਇੱਕ ਰਡਾਰ ਵੀ ਲਗਾਇਆ ਗਿਆ ਹੈਗਾ, ਆਟੋਮੈਟਿਕ ਵੈਦਰ ਸਟੇਸ਼ਨ ਜਿਹੜਾ ਇਹਨਾਂ ਨੇ ਰਡਾਰ ਦਿੱਤਾ, ਉਹਦੀ ਵੀ ਬਹੁਤ ਹੀ ਜ਼ਿਆਦਾ ਸਾਨੂੰ ਸਹੂਲਤ ਹੈ ਕਿ ਸਾਨੂੰ ਜਿਹੜੀ ਵੀ ਅਤ ਘਟਨਾਵਾਂ ਨੇ, ਜਿਵੇਂ ਆਪਾਂ ਐਕਸਟ੍ਰੀਮ ਵੈਦਰ ਇਵੈਂਟਸ ਕਹਿੰਦੇ ਆ, ਉਹ ਵੀ ਸਾਨੂੰ ਉੱਥੋਂ ਮੁਹੱਈਆ ਕੀਤੇ ਜਾਂਦੇ ਆ। ਸੋ ਆਪਾਂ ਅੱਗੋਂ ਤੋਂ ਮਤਲਬ ਇਹ ਵੀ ਜਿਹੜੀ ਸੁਵਿਧਾ ਹੋਵੇ ਉਹ ਕਿਸਾਨ ਵੀਰਾਂ ਤੱਕ ਪਹੁੰਚਾ ਸਕਦੇ ਹਾਂ ਕਿ ਜੇ ਲੇਟੈਸਟ ਕੋਈ ਸਾਨੂੰ ਇਨਫੋਰਮੇਸ਼ਨ ਜਿਹੜੀ ਚਾਹੀਦੀ ਹੈ ਐਕਸਟ੍ਰੀਮ ਵੈਦਰ ਇਵੈਂਟ ਦੀ, ਤਾਂ ਅਸੀਂ ਉਹਨਾਂ ਨੂੰ ਉਹ ਪਹੁੰਚਾ ਕਰ ਸਕਦੇ ਹਾਂ। ਬਹੁਤ ਬਹੁਤ ਧੰਨਵਾਦ ਮੈਡਮ ਤੁਹਾਡਾ। ਜੋ ਮੈਡਮ ਤੁਹਾਡੇ ਨਾਲ ਜ਼ਿਕਰ ਕੀਤਾ ਸਾਡੇ ਕਿਸਾਨ ਵੀਰਾਂ ਦੇ ਨਾਲ, ਜੇ ਕਿਸੇ ਤਰ੍ਹਾਂ ਦੀ ਭਵਿੱਖਬਾਣੀ ਜਾਂ ਐਡਵਾਈਜ਼ਰੀ ਜਾਰੀ ਹੁੰਦੀ ਹੈ ਤਾਂ ਉਹ ਇਹ ਇੱਦਾਂ ਨਹੀਂ ਵੀ ਟੋਟਕਿਆਂ ਦੇ ਨਾਲ ਨਹੀਂ, ਉਸ ਦੇ ਲਈ ਪੂਰਾ ਇੱਕ ਨੈਟਵਰਕ ਹੈ ਜੋ ਕਿ ਸੈਟਲਾਈਟ ਨਾਲ ਅਟੈਚਡ ਹੈ। ਉਹ ਨੈਟਵਰਕ ਦੇ ਨਾਲ ਦੇਸ਼ ਦੇ ਚੱਪੇ ਤੇ ਆਬਜ਼ਰਵੇਟਰੀਆਂ ਉਹ ਇਹਨਾਂ ਨੇ ਸਥਾਪਿਤ ਕੀਤੀਆਂ। ਉਹਨਾਂ ਆਬਜ਼ਰਵੇਟਰੀਆਂ ਤੋਂ ਇੱਕ ਇਨਫੋਰਮੇਸ਼ਨ ਡਾਟਾ ਵਾਪਸ ਜਾਂਦਾ ਹੈ। ਉਹ ਡਾਟੇ ਨੂੰ ਪ੍ਰੋਸੈਸ ਕਰਕੇ ਉਹਦੀ ਜਿਹੜੀ ਐਡਵਾਈਜ਼ਰੀ ਹੈ ਤੁਹਾਡੇ ਇਲਾਕੇ ਦੇ ਅਨੁਸਾਰ ਉਹ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਮੈਡਮ, ਬਹੁਤ ਬਹੁਤ ਸ਼ੁਕਰੀਆ ਮੈਡਮ KK ਗਿੱਲ ਦਾ। ਸ਼ੁਕਰੀਆ। ਸੋ ਕਿਸਾਨ ਵੀਰੋ, ਇਸ ਫੇਸਬੁੱਕ ਲਾਈਵ ਤੇ ਅਸੀਂ ਤੁਹਾਡੇ ਨਾਲ ਜਿਹੜੀਆਂ ਤੁਹਾਡੀਆਂ ਜੋ ਸਵਾਲ ਸੀਗੇ, ਜੋ ਤੁਹਾਡੇ ਖਦਸ਼ੇ ਸੀਗੇ, ਉਹ ਸਾਰੇ ਸਾਂਝੇ ਕੀਤੇ ਹੈ। ਹੁਣ ਸਮਾਂ ਆ ਗਿਆ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਤੁਹਾਡੇ ਨਾਲ ਜਲਦੀ ਹੀ ਫਿਰ ਜੁੜਾਂਗੇ ਤੇ ਉਮੀਦ ਕਰਦੇ ਜਲਦੀ ਹੀ ਤੁਹਾਡੇ ਨਾਲ ਅਸੀਂ ਫੋਨ ਰਾਹੀਂ ਵੀ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ। ਦੂਜੀ ਡਾਕਟਰ SK ਥਿੰਦ ਨੇ ਜੋ ਗੱਲ ਕੀਤੀ ਹੈ, ਤੁਸੀਂ ਸੰਚਾਰ ਕੇਂਦਰ ਦਾ ਵੱਖ-ਵੱਖ ਮਾਧਿਅਮਾਂ ਰਾਹੀਂ ਵੀ ਜੁੜ ਸਕਦੇ ਹੋ, ਈਮੇਲ ਰਾਹੀਂ ਵੀ ਜੁੜ ਸਕਦੇ ਹੋ। ਤੁਹਾਨੂੰ ਹਫ਼ਤਾ ਉਡੀਕਣ ਦੀ ਲੋੜ ਨਹੀਂ, ਸਾਡੇ ਕੋਲ ਤੁਸੀਂ ਆਪਣੇ ਸਵਾਲ ਵਾਪਸ ਕਰੋ ਸਾਨੂੰ, ਅਸੀਂ ਕੋਸ਼ਿਸ਼ ਕਰਾਂਗੇ ਹਰ ਹਫ਼ਤੇ ਤੁਹਾਡੇ ਕੋਲ ਇਹਨਾਂ ਸਵਾਲਾਂ ਦੇ ਜਵਾਬ ਵੀ ਤੁਹਾਡੇ ਤੱਕ ਪਹੁੰਚਾ ਸਕੀਏ। ਈਮੇਲ ਕਰੋ, ਤੁਸੀਂ WhatsApp ਕਰੋ ਜਾਂ ਈਵਨ ਫੋਨ ਰਾਹੀਂ ਤੁਸੀਂ ਰਾਬਤਾ ਕਾਇਮ ਕਰੋ। ਕਿਸੇ ਵੀ ਢੰਗ ਦੇ ਨਾਲ ਤੁਸੀਂ ਜਾਣਕਾਰੀ ਸਾਡੇ ਕੋਲ ਪ੍ਰਾਪਤ ਕਰ ਸਕਦੇ ਹੋ। ਤੁਹਾਡੀ ਸੇਵਾ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਹਮੇਸ਼ਾ ਹਾਜ਼ਰ ਹੈ। ਬਹੁਤ ਬਹੁਤ ਧੰਨਵਾਦ ਜੀ।